राख पिता प्रभ मेरे, मोह निर्गुण सब गुण तेरे। पंच बिखादी एक गरीबा, राखो राखण हारे। खेद करे बहुत संतावे, आयो शरण तुहारी। कर कर हार्यो अनेक बहु भांति, छोड़े कतहु नहीं। एक बात सुन ताकी ओटा, साध संग मिट जाही। कर कृपा संत मिले, मोतिन ते धीरज पाया। संति मंत दियो मोहे, निर्भो गुर का शब्द कमाया। जीत लए ओए महा बिखादी, सहज सहेली बाणी। कौ नानक मन पया परगासा, पाया पद निर्वाणी। राख पिता प्रभ मेरे, मोह निर्गुण सब गुण तेरे। राख पिता प्रभ मेरे, मोह निर्गुण सब गुण तेरे। गुण तेरे, मोह निर्गुण सब गुण तेरे। मोह निर्गुण सब गुण तेरे, मोह निर्गुण सब गुण तेरे। निर्गुण सब गुण तेरे, मोह निर्गुण सब गुण तेरे। निर्गुण सब गुण तेरे, निर्गुण सब गुण तेरे। राख पिता प्रभ मेरे, मोह निर्गुण सब गुण। राख पिता प्रभ मेरे, मोह निर्गुण सब गुण तेरे। सब राख परम सत्कारजोग सतगुरां दी साजी और निवाजी हुई गुरु प्यारी गुरु सवारी साध संगत जी, रसना पवित्र करो। गुरु महाराज जी की फतेह नाल सांझ पाओ। सारे इको वारी गज के आखो जी, वाहिगुरु जी का खालसा, वाहिगुरु जी की फतेह। साध संगत, काफ़ी समय तो आप गुरु चरणों नाल जुड़े बैठे हो। ਹੁਣ तक आपने गुरबाणी के कीर्तन का आनंद माणिया है। रहंदे समय तो भी लाभ उठाउण वास्ते अपनी चित बिरतियां एकागर करो। अपने ख्यालों को बाहर जाण तो रोको, तां जो गुरबाणी के कीर्तन और गुरमत के विचारों तो आप पूरा पूरा लाभ उठा सकीए। साध संगत, अज का दिन हिंदुस्तान दे विच एक तिहार वजों मनाया जाता है, मकर संक्रांति। वैसे अज के दिन तो बाद मौसम दे विच और रुत दे मौसम दे विच तब्दीली होनी शुरू हो जाती है। अज बसंत रुत का आगमन भी मनाया जाता है।
ਬਸੰਤ ਦੀ ਵਾਰ ਦਾ ਗਾਇਨ ਹੁੰਦਾ ਹੈ, ਬਸੰਤ ਦੀ ਚੌਂਕੀ ਲੱਗਦੀ ਹੈ, ਬਸੰਤ ਰਾਗ ਪੜ੍ਹਨਾ ਸ਼ੁਰੂ ਕਰ ਦਿੰਦੇ ਨੇ ਰਾਗੀ ਸਿੰਘ। ਸਨਾਤਨ ਖਿਆਲਾਂ ਵਾਲੇ ਜਿਹੜੇ ਨੇ ਇਸ ਮਹੀਨੇ ਦੇ ਵਿੱਚ ਆਪਣਾ ਤੀਰਥਾਂ ਦੇ ਇਸ਼ਨਾਨ ਦਾ ਜਾਂ ਪਾਠ ਪੂਜਾ ਦਾ ਵਿਸ਼ੇਸ਼ ਮਹੱਤਵ ਮੰਨਿਆ ਹੈ। ਤੇ ਸਾਧ ਸੰਗਤ ਭਾਵੇਂ ਆਪਾਂ ਨੁਕਤਾ ਨਿਗਾਹ ਤੋਂ ਦੇਖੀਏ ਤਾਂ ਠੀਕ ਹੈ, ਕਿਸੇ ਨੇ ਆਪਣਾ ਨਿਯਮ ਬਣਾ ਲਿਆ ਸਾਲ ਦੇ ਸਾਲ ਹੀ ਮਾਘ ਦੇ ਮਹੀਨੇ ਵਿੱਚ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਕਰਨੇ ਜਾਂ ਇੰਨਾ ਮੂਲ ਮੰਤਰ ਦਾ ਜਾਪ ਕਰਨਾ, ਉਹ ਭਾਵੇਂ ਇਹਦੇ ਵਿੱਚ ਕੋਈ ਮਨਮਤ ਵਾਲੀ ਗੱਲ ਨਹੀਂ। ਇਸ ਬਹਾਨੇ ਇਸ ਦਾਇਰੇ ਅੰਦਰ ਸ਼ਬਦ ਦਾ ਅਭਿਆਸ ਹੋ ਜਾਂਦਾ ਹੈ। ਇਸ ਮਹੀਨੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਜਾਪ ਹੋ ਜਾਂਦਾ ਹੈ। ਗੁਰਬਾਣੀ ਪੜ੍ਹਨ ਦਾ ਜਾਂ ਪਰਮੇਸ਼ਰ ਦੇ ਨਾਮ ਦੇ ਸਿਮਰਨ ਦਾ ਤੇ ਫਲ ਮਿਲਣਾ ਹੀ ਮਿਲਣਾ ਹੈ, ਭਾਵੇਂ ਉਹ ਜਿਹੜੇ ਮਰਜ਼ੀ ਮਹੀਨੇ ਵਿੱਚ ਕਰ ਲਿਆ ਜਾਵੇ। ਪਰ ਕੋਈ ਮਾਘ ਦੇ ਮਹੀਨੇ ਵਿੱਚ ਵਿਸ਼ੇਸ਼ ਪੁੰਨ ਜਾਣ ਕੇ ਕਰੇ, ਫਲ ਤਾਂ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ। ਭਾਵੇਂ ਗੁਰਮਤਿ ਦੇ ਨਿਗਾਹ ਤੋਂ ਇਹ ਸ਼ੋਭਾ ਨਹੀਂ ਦਿੰਦੀ ਕਿ ਸਿਰਫ ਮਾਘ ਦੇ ਮਹੀਨੇ ਪੜ੍ਹੀ ਜਾਵੇ ਬਾਣੀ ਜਾਂ ਮੂਲ ਮੰਤਰ ਦਾ ਅਭਿਆਸ ਕੇਵਲ ਮਾਘ ਦੇ ਮਹੀਨੇ ਵਿੱਚ ਹੀ ਕਰਨਾ ਹੈ, ਕਿਉਂਕਿ ਗੁਰਸਿੱਖ ਵਾਸਤੇ ਤਾਂ ਮਹਾਦੀਵਸ ਮੂਰਤ ਭਲੇ, ਸਾਰੇ ਦਿਨ, ਸਾਰੇ ਮਹੀਨੇ, ਸਾਰੇ ਮੁਹੂਰਤ, ਸਾਰੀਆਂ ਘੜੀਆਂ, ਸਾਰੇ ਪਲ ਭਲੇ ਨੇ ਜਿਹਦੇ ਪਰ ਅਕਾਲ ਪੁਰਖ ਵਾਹਿਗੁਰੂ ਦੀ ਨਜ਼ਰੇ ਕਰਮ ਹੋ ਜਾਵੇ। ਮਹਾਦੀਵਸ ਮੂਰਤ ਭਲੇ ਜਿਸ ਕੋ ਨਦਰ ਕਰੇ, ਨਾਨਕ ਮੰਗੇ ਦਰਸ ਦਾਨ, ਕਿਰਪਾ ਕਰੋ ਹਰੇ। ਜਦ ਪ੍ਰਾਣੀ ਬਾਣੀ ਪੜ੍ਹਦਾ ਹੈ ਤਾਂ ਦਰਸ਼ਨ ਚਾਹੁੰਦਾ ਹੈ ਉਸ ਅਕਾਲ ਪੁਰਖ ਵਾਹਿਗੁਰੂ ਤੇ, ਕਿਉਂਕਿ ਪਤਾ ਨਹੀਂ ਕਿਤਨੇ ਜਨਮ ਹੋ ਗਏ ਨੇ, ਕਿਤਨੇ ਦਿਨ ਹੋ ਗਏ ਨੇ, ਕਿਤਨੇ ਸਾਲ ਹੋ ਗਏ ਨੇ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਵਿਛੜੇ ਹੋਏ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਚਾਰ ਕੁੰਡ ਦੇ ਦਿਸ ਭ੍ਰਮੇ ਥਕ ਆਏ ਪ੍ਰਭ ਕੀ ਸਾਮ। ਉਹ ਤਾਂ ਮਿਲਾਪ ਚਾਹੁੰਦਾ ਹੈ, ਉਹ ਤਾਂ ਤਰਲੇ ਕਰਦਾ ਹੈ, ਭਾਉ ਤੇਰਾ ਭਾਂਗ ਖੱਲੜੀ ਮੇਰਾ ਚੀਤ, ਮੈਂ ਦੀਵਾਨਾ ਪਿਆ ਅਤੀਤ, ਕਰ ਕਾਸਾ ਦਰਸ਼ਨ ਕੀ ਭੂਖ, ਮੈਂ ਦਰਮਾਗੋ ਨੀਤਾ ਨੀਤ, ਤੋ ਦਰਸ਼ਨ ਕੀ ਕਰੋ ਸਮਾਏ, ਮੈਂ ਦਰਮਾਗੋਤ ਭਿਖਿਆ ਪਾਏ। ਰਹਾਓ, ਉਹਦੇ ਦਰਸ਼ਨਾਂ ਦਾ ਦਾਨ ਮੰਗਦਾ ਹੈ ਉਸ ਪਰਮਾਤਮਾ ਦੇ ਪਾਸੋਂ। ਨਾਨਕ ਮੰਗੇ ਦਰਸ ਦਾਨ, ਕਿਰਪਾ ਕਰੋ ਹਰੇ। ਔਰ ਦਰਸ਼ਨ ਪ੍ਰਾਪਤ ਕਰਨ ਵਾਸਤੇ ਉਹ ਤਾਂ ਹਰਦਮ ਜਪਦਾ ਹੈ, ਸਵਾਸ ਸਵਾਸ ਜਪਦਾ ਹੈ। ਉਹਦੇ ਵਾਸਤੇ ਤਾਂ ਕੋਈ ਗੱਲ ਮਾਇਨੇ ਨਹੀਂ ਰੱਖਦੀ ਕਿ ਕਿਹੜੀ ਘੜੀ ਹੈ, ਕਿਹੜਾ ਮੁਹੂਰਤ ਹੈ, ਕਿਹੜਾ ਦਿਨ ਹੈ, ਕਿਹੜੀ ਥਿਤ ਹੈ, ਕਿਹੜਾ ਵਾਰ ਹੈ, ਕਿਹੜਾ ਮਹੀਨਾ ਹੈ, ਕਿਹੜਾ ਪੱਖ ਹੈ। ਉਸਨੇ ਤੇ ਆਪਣਾ ਕੋਈ ਸਵਾਸ ਵਿਅਰਥ ਜਾਣ ਹੀ ਨਹੀਂ ਦੇਣਾ। ਪੂਰੇ ਗੁਰ ਕਾ ਸੁਣ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ, ਸਾਹ ਸਾਹ ਸਿਮਰ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਬੇਨਤੀ ਕਰਨ ਤੋਂ ਭਾਵ ਗੁਰਸਿੱਖ ਵਾਸਤੇ ਸਾਰੇ ਮਹੀਨੇ ਹੀ ਭਲੇ ਨੇ, ਸੁਹਾਵਣੇ, ਸਫਲੇ ਹੀ ਸਫਲੇ ਨੇ। ਪਰ ਫਿਰ ਵੀ ਸਨਾਤਨ ਮਤ ਵਾਲਿਆਂ ਦੀ ਇੱਕ ਵਿਚਾਰ ਹੈ ਕਿ ਮਾਘ ਦੇ ਮਹੀਨੇ ਦੇ ਵਿੱਚ ਤੀਰਥਾਂ ਦਾ ਇਸ਼ਨਾਨ ਕਰਨਾ ਜਾਂ ਭਜਨ ਬੰਦਗੀ ਦਾ ਕੋਈ ਵਿਸ਼ੇਸ਼ ਮਹੱਤਵ ਹੈ। ਮਾਘ ਦੇ ਮਹੀਨੇ ਦੇ ਵਿੱਚ ਅੰਮ੍ਰਿਤ ਵੇਲੇ ਦੇ ਇਸ਼ਨਾਨ ਦਾ ਇੱਕ ਮਹਾਨ ਮਹੱਤਵ ਹੈ, ਭਾਵੇਂ ਸਾਰਾ ਸਾਲ ਇਹਨਾਂ ਨੂੰ। ਬਹੁਤ ਸਾਰੇ ਸੱਜਣ ਮਾਘ ਦੇ ਮਹੀਨੇ ਵਿੱਚ ਜ਼ਰੂਰ ਅੰਮ੍ਰਿਤ ਵੇਲੇ ਠੰਡੇ ਪਾਣੀ ਨਾਲ ਇਸ਼ਨਾਨ ਕਰਦੇ ਨੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਸਿੱਖਾਂ ਨੇ ਬੇਨਤੀ ਕੀਤੀ ਕਿ ਗਰੀਬ ਨਿਵਾਜ ਆਪ ਕਿਰਪਾ ਕਰਕੇ ਦੱਸੋ ਕਿ ਅਸੀਂ ਮਾਘ ਮਹੀਨੇ ਦੇ ਵਿੱਚ ਕਿਹੜੇ ਤੀਰਥ ਦਾ ਇਸ਼ਨਾਨ ਕਰੀਏ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ, ਇਹ ਗੁਰਸਿੱਖੋ, ਤੁਸੀਂ ਮਾਘ ਦੇ ਮਹੀਨੇ ਵਿੱਚ ਉਸ ਤੀਰਥ ਦਾ ਇਸ਼ਨਾਨ ਕਰੋ ਜਿਸ ਤੀਰਥ ਨੂੰ ਪਰਸਣ ਵਾਸਤੇ, ਜਿਨ੍ਹਾਂ ਤੀਰਥਾਂ ਤੇ ਲੋਕੀ ਜਾ ਕੇ ਇਸ਼ਨਾਨ ਕਰਦੇ ਨੇ, ਉਹਨਾਂ ਤੀਰਥਾਂ ਦੇ ਅਭਿਮਾਨੀ ਦੇਵਤਾ ਵੀ ਲੋਚਦੇ ਨੇ ਕਿ ਸਾਨੂੰ ਉਹ ਤੀਰਥ ਪ੍ਰਾਪਤ ਹੋ ਜਾਵੇ। ਲੋਕੀ ਸਾਡੇ ਵਿੱਚ ਸ਼ਰਧਾ ਨਾਲ ਇਸ਼ਨਾਨ ਕਰਦੇ ਨੇ, ਪਾਪ ਛੱਡ ਜਾਂਦੇ ਹਨ। ਸਾਡੇ ਪਾਪਾਂ ਦਾ ਭਾਰ ਵੀ ਹਲਕਾ ਹੋਵੇ ਉਸ ਤੀਰਥ ਦੇ ਵਿੱਚ ਇਸ਼ਨਾਨ ਕਰਕੇ। ਉਹ ਤੀਰਥ ਕਿਹੜਾ ਹੈ? ਸਾਧ ਸੰਗਤ, ਉਹ ਤੀਰਥ ਹੈ ਪੂਜੋ ਰਾਮ ਏਕ ਹੀ ਦੇਵਾ, ਸਾਚਾ ਨਾਵਣ ਗੁਰ ਕੀ ਸੇਵਾ। ਉਹ ਤੀਰਥ ਹੈ, ਤੀਰਥ ਨਾਵਣ ਜਾਓ, ਤੀਰਥ ਨਾਮ ਹੈ,
तीर्थ शब्द विचार अमृत अंतर ज्ञान है। गुरु की सेवा ये सच्चे तीर्थ का इशनान है, या फिर परमेश्वर के नाम का सिमरन ये सच्चे तीर्थ का इशनान है। या फिर जिथे जाके सो ए शब्द पढ़ी दे ने साध संगत, जिथों ऐसी सोझी मिलती है। सतगुरु जी ने साध संगत नूं तीर्थ कथन किया है। साहिब गुरु अर्जन देव जी महाराज इन्हां गुरसिखां नूं कह रहे ने, माघ मजन संग साधुआं तूड़ी कर इशनान, हर का नाम ध्याय सुन सबना नो कर दान। तूड़ी कर इशनान मिलके साधुआं, तूड़ी कर इशनान मिलके साधुआं, तूड़ी कर इशनान मिलके, तूड़ी कर इशनान मिलके साधुआं, तूड़ी कर इशनान मिलके साधुआं। तूड़ी कर इशनान, तूड़ी कर इशनान मिलके साधु, कर इशनान मिलके साधुआं। मिलके साधुआं, तूड़ी साधुआं। ते साध संगत साहिब गुरु अमरदास जी महाराज जी का जो आप इतिहास पढ़ते हाँ, जो आप गुरु शरण विच नहीं सी आए, उदों आप तीर्थां दे इशनान का बहुत बड़ा महात्म, बहुत बड़ा पुण्य जानते सन। साल दे साल गंगा का इशनान करया करते, अपने नगर बासरके तो पैदल चल के। उन्हां समय दे विच अजकल दे साधन नहीं सन, तीर्थ यात्रा करने वास्ते इन्नी आसान सुविधा नहीं सी। उदों यात्रा करते पहले अपने संबंधियों में मिलते, तक पता नहीं कि मुड़ के आया जाए ना आया जाए, क्योंकि जंगलों में खूंखार जानवर भी रहिंदे, लुटेरे भी पै जाते। जाते तीर्थां दे इशनान करने वास्ते जाते सी पहला अपने रिश्तेदारों नूं मिल के। इस तरह ही 22 साल लगातार गुरु अमरदास जी गंगा की यात्रा करते रहे। अपने नगर बासरके तो पैदल पहुँच के तुरते, फिर वापस आते। यह सिलसिला लगातार चलता है। पर जदों आपनू सच्चा तीर्थ मिल गया, केड़ा? गुर तीर्थ गुर पार जात, गुर मनसा पूरण हार। आपने श्री खडूर साहब रह के साचा नावन गुर की सेवा शुरू कर दी। अंतर महल जे तीर्थ नावै तिस बैकुंठ ना जाना, लोकपति ने कछु न होवे नाही राम अयाना। पूजो राम एक ही देवा, साचा नावन गुर की सेवा। इस तीर्थ का इशनान शुरू कर दिता। हम 12 साल यह तीर्थ करते रहे। 12 साल आपने बड़ी अंथक सेवा की। साहिब गुरु अंगद देव जी महाराज जी ने त्रुट के रहमदे घर विच त्रुट के आपनू 12 वरदान बख्शे और गुरगद्दी बख्शी। फिर आप जी ने गुरु नानक ताप दिता, तीजे गुरु नानक। बड़ा लंबा प्रकरण है, कई बार आपने सुनिया भी होएगा। नानक गुरते गुरु हुआ, वेखो तिसकी रजाए। हुण आप गुरता गद्दी तो सुशोभित होके खडूर जोत जगाउण लगे। पहला आप तीर्थां ते जाया करते सन, हुण तीर्थां दे अभिमानी देवता भाव उत्थों दे लोग आप जी दे चरण परसन वास्ते आउंदे ने। आपने 84 पौड़ियां वाली बौली भी तैयार की ताकि कलयुग लोगों की 84 कट्टण वास्ते, भाव कि वो 84 नहीं जिहड़ी आपां
ਸੁਣਦੇ ਆ, ਕੀੜੇ ਮਕੌੜਿਆਂ ਲਈ ਨਹੀਂ। 84 ਭਾਵ ਕਿ ਅੰਦਰਲੀ, ਜਿਹੜੇ ਅੰਦਰ ਦਾ ਸਾਡਾ ਖਤਮ ਹੋਵੇ, ਹੰਕਾਰ ਖਤਮ ਹੋਵੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਅਸੀਂ ਅੰਦਰ ਦੀ ਆਪਣੀ 84 ਖਤਮ ਕਰੀਏ, ਮਨ ਦੀ, ਦਿਮਾਗ ਦੀ 84। ਨਾਗ ਵਾਂਗੂ ਪੈਸਿਆਂ ਦੇ ਉੱਪਰ ਨਾ ਤੁਰੇ ਫਿਰੀਏ, ਕੁੱਤਿਆਂ ਵਾਂਗੂ ਹਲਕੇ ਨਾ ਫਿਰੀਏ। ਉੱਥੇ 84 ਵਾਰ ਜਪਜੀ ਸਾਹਿਬ ਦਾ ਪਾਠ ਕੀਤਾ ਜਾਂਦਾ ਕਿ ਇਸੇ ਮਕਸਦ ਤੋਂ, ਤਾਂ ਕਿ ਬਾਣੀ ਵੱਧ ਤੋਂ ਵੱਧ ਪੜ੍ਹੀ ਜਾਵੇ ਔਰ ਅੰਦਰ ਦੀ ਮੈਂ ਨੂੰ ਖਤਮ ਕੀਤਾ ਜਾਵੇ। ਕਈ ਵਾਰ ਆਪ ਨੇ ਉਸ ਸੇਵਾ ਦੇ ਦੌਰਾਨ ਸੰਗਤਾਂ ਨੇ ਇਹ ਗੱਲ ਯਾਦ ਕਰਾਈ, ਸਮਝਾਈ ਕਿ ਕਿਵੇਂ ਤੀਰਥਾਂ ਦੇ ਅਭਿਮਾਨੀ ਦੇਵਤਾ ਸਾਧ ਸੰਗਤ ਦੀ ਧੂੜੀ ਨੂੰ ਮੱਥਾ ਲਾਉਣ ਵਾਸਤੇ ਆਉਂਦੇ ਨੇ, ਧੂੜੀ ਨੂੰ ਮੱਥੇ ਤੇ ਲਾਉਣ ਵਾਸਤੇ ਹੁੰਦੇ ਨੇ, ਪਰਸਨ ਵਾਸਤੇ ਹੁੰਦੇ ਨੇ। ਬੜੇ ਹੀ ਐਸੇ ਪ੍ਰਕਰਨ ਮਿਲਦੇ ਨੇ ਇਤਿਹਾਸ ਵਿੱਚ। ਸੋ ਖੈਰ, ਉਹਨਾਂ ਦੇ ਇਤਿਹਾਸ ਦੇ ਵਿੱਚ ਇੱਕ ਐਸਾ ਵੀ ਜ਼ਿਕਰ ਮਿਲਦਾ ਹੈ ਕਿ ਆਪ ਗੁਰਤਾ ਗੱਦੀ ਉੱਪਰ ਸੁਸ਼ੋਭਿਤ ਹੋਣ ਤੋਂ ਬਾਅਦ ਵੀ ਤੀਰਥਾਂ ਤੇ ਗਏ ਇਸ਼ਨਾਨ ਵਾਸਤੇ ਜਾਂ ਤੀਰਥ ਯਾਤਰਾ ਵਾਸਤੇ। ਭਲਾ ਪਹਿਲਾਂ ਤੇ ਤੀਰਥਾਂ ਨੂੰ ਪਵਿੱਤਰ ਜਾਣ ਕੇ ਜਾਂਦੇ ਸਨ, ਹੁਣ ਕਿਉਂ ਗਏ ਨੇ? ਇਸ ਪ੍ਰਸ਼ਨ ਦਾ ਉੱਤਰ ਦਿੰਦੇ ਨੇ ਸੋਢੀ ਸੁਲਤਾਨ ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ। ਗੰਗਾ ਜਮਨਾ ਗੋਦਾਵਰੀ ਸਰਸਤੀ ਤੇ ਕਰੇ ਉਦਮ ਧੂਰ ਸਾਧੂ ਕੀ ਤਾਈ। ਜਿਹੜੇ ਗੰਗਾ ਜਮਨਾ ਸਰਸਤੀ ਜਿਹੜੇ ਦਰਿਆ ਮੰਨੇ ਗਏ ਨੇ, ਲੋਕੀ ਇਹਨਾਂ ਵਿੱਚ ਜਾ ਕੇ ਸ਼ਰਧਾ ਨਾਲ ਇਸ਼ਨਾਨ ਕਰਦੇ ਨੇ, ਉੱਥੇ ਜਾ ਕੇ ਪਾਪ ਛੱਡ ਆਉਂਦੇ ਨੇ, ਸੰਕਲਪ ਕਰਦੇ ਨੇ ਭਾਵ ਕਿ ਅੱਜ ਤੋਂ ਬਾਅਦ ਝੂਠ ਨਹੀਂ ਬੋਲਾਂਗਾ, ਚੋਰੀ ਨਹੀਂ ਕਰਾਂਗਾ, ਜੀਭ ਦੇ ਸਵਾਦ ਵਾਸਤੇ ਮਾਸ ਨਹੀਂ ਖਾਵਾਂਗਾ, ਅੱਜ ਤੋਂ ਬਾਅਦ ਸ਼ਰਾਬ ਨਹੀਂ ਪੀਵਾਂਗਾ। ਪਾਪ ਛੱਡਣ ਦਾ ਮਤਲਬ ਪ੍ਰਣ ਕਰ ਰਹੇ ਹੁੰਦੇ ਨੇ। ਸੋ ਤੀਰਥਾਂ ਦੇ ਪਾਪਾਂ ਦਾ ਭਾਰ ਜਮਾ ਹੋ ਜਾਂਦਾ, ਉਹਨਾਂ ਦਾ ਭਾਰ ਸਹਾਰਿਆ ਨਹੀਂ ਜਾਂਦਾ। ਫਿਰ ਉਪਕਾਰ ਕਰਦੇ ਨੇ ਪਰਮਾਤਮਾ ਅੱਗੇ, ਅਕਾਲ ਪੁਰਖ ਵਾਹਿਗੁਰੂ ਅੱਗੇ ਕਿ ਹੇ ਪ੍ਰਭੂ ਪਤਿਤ ਪਾਵਨ, ਹੇ ਦੀਨਾ ਬੰਧੂ, ਹੇ ਵਾਹਿਗੁਰੂ ਭਗਤ ਵਛਲ, ਕਿ ਕਿਸੇ ਬਹਾਨੇ ਆਪਣੇ ਗੁਰੂ ਪੀਰਾਂ ਸਤਪੁਰਸ਼ਾਂ ਨੂੰ ਭੇਜੋ, ਉਹ ਇਸ਼ਨਾਨ ਦੇ ਬਹਾਨੇ ਸਾਨੂੰ ਆਪਣੀ ਚਰਨ ਛੋਹ ਬਖਸ਼ਣ, ਸਾਡੇ ਪਾਪਾਂ ਦਾ ਭਾਰ ਹਲਕਾ ਹੋਵੇ ਔਰ ਅਸੀਂ ਆਪਣੇ ਸ਼ਰਧਾਲੂਆਂ ਨੂੰ ਪਾਪ ਧੋਣ ਵਾਸਤੇ ਫਿਰ ਤੋਂ ਸਮਰੱਥ ਹੋ ਜਾਈਏ। ਭਾਵ ਕਿ ਤੀਰਥਾਂ ਦੇ ਜਿਹੜੇ ਵੀ ਪ੍ਰਾਣੀ ਜਾਂਦੇ ਨੇ ਇਸ਼ਨਾਨ ਕਰਨ ਵਾਸਤੇ, ਪਾਪ ਲਾਉਣ ਤੋਂ ਭਾਵ ਆਪਾਂ ਪਹਿਲਾਂ ਵਿਚਾਰ ਕੀਤੀ ਕਿ ਵੀ ਕੋਈ ਵਾਅਦਾ ਕਰਕੇ ਹੋਣਾ ਕਿ ਅਸੀਂ ਹੁਣ ਆਹ ਕੰਮ ਨਹੀਂ ਕਰਨਾ ਹੈਗਾ, ਉਸ ਚੀਜ਼ ਦਾ ਗਿਆਨ ਬਖਸ਼ਣ ਲਈ, ਉਸ ਚੀਜ਼ ਦਾ ਗਿਆਨ ਪ੍ਰਾਪਤ ਕਰਨ ਲਈ ਅਰਦਾਸਾਂ ਹੁੰਦੀਆਂ ਨੇ ਕਿ ਕੋਈ ਇਹੋ ਜਿਹਾ ਭੇਜੋ ਕਿ ਜਿਹੜਾ ਇਸ ਚੀਜ਼ ਨੂੰ ਸਾਨੂੰ ਦੂਰ ਕਰਨ ਲਈ ਸਾਨੂੰ ਕੋਈ ਅਸਲ 'ਚ ਗਿਆਨ ਦੇਵੇ, ਕਿਉਂਕਿ ਗਿਆਨ ਦੇ ਨਾਲ ਹੀ ਇਨਸਾਨ ਆਪਣੇ ਆਪ ਨੂੰ ਬਦਲ ਸਕਦਾ ਹੈ। ਅਰਦਾਸਾਂ ਬੇਨਤੀਆਂ ਕਰਦੇ ਨੇ, ਫਿਰ ਸਾਧ ਸੰਗਤ ਉਹਨਾਂ ਦੀ ਅਰਦਾਸਾਂ ਬੇਨਤੀਆਂ ਸੁਣ ਕੇ ਅਕਾਲ ਪੁਰਖ ਵਾਹਿਗੁਰੂ ਵੀ ਕੋਈ ਇਹੋ ਜਿਹੀ ਵਿਧੀ, ਕੋਈ ਇਹੋ ਜਿਹਾ ਸਬੱਬ ਬਣਾਉਂਦਾ ਹੈ। ਅਕਾਲ ਪੁਰਖ ਵਾਹਿਗੁਰੂ ਨੇ ਇਹੋ ਜਿਹਾ ਸਬੱਬ ਹੀ ਬਣਾਇਆ। ਸੋਢੀ ਸੁਲਤਾਨ ਸਾਹਿਬ ਗੁਰੂ ਰਾਮਦਾਸ ਜੀ ਦੇ ਕਥਨ ਅਨੁਸਾਰ ਉਹ ਤੀਰਥਾਂ ਦੇ ਅਭਿਮਾਨੀ ਦੇਵਤਾ ਵੀ ਲੋਚ ਰਹੇ ਨੇ ਸਤਿਗੁਰੂ ਜੀ ਦੀ ਚਰਨ ਧੂੜ ਨੂੰ। ਹਾਂ, ਗੰਗਾ ਜਮਨਾ ਗੋਦਾਵਰੀ ਸਰਸਤੀ ਤੇ ਕਰੇ ਉਦਮ ਧੂਰ ਸਾਧੂ ਕੀ ਤਾਈ। ਕਿਲਬਿਖ ਮੈਲ ਭਰੇ ਪਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਤੀਰਥ ਵੀ ਲੋਚਨੇ ਸੰਤਾਂ ਦੀ ਧੂੜੀ ਤਾਈ। ਤੀਰਥ ਵੀ ਲੋਚਦੇ ਸੰਤਾਂ ਦੀ ਧੂੜੀ ਤਾਈ। ਸੰਤਾਂ ਦੀ ਧੂੜੀ ਤਾਈ। ਤੀਰਥ ਵੀ ਧੂੜੀ ਤਾਈ। ਸੰਤਾਂ ਦੀ ਧੂੜੀ ਤਾਈ। ਸੰਤਾਂ
ਦੀ ਤੂੜੀ ਤਾਈ, ਸੰਤਾਂ ਦੀ ਤੂੜੀ ਤਾਈ, ਤੂੜੀ ਤਾਈ। ਸੰਤਾਂ ਦੀ ਤੂੜੀ ਤਾਈ, ਸੰਤਾਂ ਦੀ ਤੂੜੀ, ਸੰਤਾਂ ਦੀ ਤੂੜੀ ਤਾਈ, ਸੰਤਾਂ ਦੀ ਤੂੜੀ ਤਾਈ। ਤੀਰਥ ਵੀ ਲੋਚਦੇ ਸੰਤਾਂ ਦੀ ਤੂੜੀ, ਤੀਰਥ ਵੀ ਲੋਚਦੇ ਸੰਤਾਂ ਦੀ ਤੂੜੀ ਤਾਈ। ਕਿਲਵਿਖ ਮੈਲ ਭਰੇ ਭਰੇ, ਕਿਲਵਿਖ ਮੈਲ ਭਰੇ ਪਰੇ ਹਮਰੇ ਵਿਸ, ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੇ ਜਦੋਂ ਵੀ ਤੀਰਥਾਂ ਦੀ ਪੁਕਾਰ ਸੁਣ ਕੇ, ਤੀਰਥਾਂ ਦੇ ਬਹਾਨੇ, ਤੀਰਥਾਂ ਦੇ ਇਸ਼ਨਾਨ ਦੇ ਬਹਾਨੇ, ਤੀਰਥਾਂ ਨੂੰ ਪਵਿੱਤਰ ਕਰਨ ਲਈ, ਭਾਵ ਕਿ ਤੀਰਥਾਂ ਦੇ ਅਸਲ ਮਤਲਬ ਸਮਝਾਉਣ ਲਈ ਕਿ ਤੀਰਥ ਦਾ ਅਸਲੀ ਮਤਲਬ ਕੀ ਹੈ, ਸ਼੍ਰੀ ਅਨੰਦਪੁਰ ਸਾਹਿਬ ਤੋਂ ਆਪਣਾ ਡੇਰਾ ਕੂਚ ਕੀਤਾ। ਜਿਵੇਂ ਪ੍ਰਸੰਗ ਹੁੰਦਾ ਹੈ, ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਪਣੀ ਕਥਾ ਦੇ ਵਿੱਚ ਲਿਖਿਆ ਹੈ, ਮੁਰਪਿਤ ਪੂਰਬ ਕੀਸ ਪਿਆਨਾ ਭਾਂਤ ਭਾਂਤ ਕੇ ਤੀਰਥ ਨਾਨਾ, ਜਬ ਹੀ ਜਾਤ ਤ੍ਰਿਵੇਣੀ ਭਏ। ਤੀਰਥਾਂ ਦੀ ਤ੍ਰਿਵੇਣੀ ਪ੍ਰਯਾਗ ਤੀਰਥ ਤੇ ਜਦੋਂ ਪਹੁੰਚ ਗਏ, ਉੱਥੇ ਰਹਿ ਕੇ ਜਿਹੜਾ ਭਾਰੀ ਦਾਨ ਪੁੰਨ ਕੀਤਾ, ਜਬ ਹੀ ਜਾਤ ਤ੍ਰਿਵੇਣੀ ਭਏ, ਪੁੰਨ ਦਾਨ ਤਿੰਨ ਕਰਤ ਬਿਤਏ, ਤਹੀ ਪ੍ਰਕਾਸ਼ ਹਮਾਰਾ ਭਇਓ। ਫਿਰ ਉੱਥੇ ਹੀ ਸਤਿਗੁਰੂ ਜੀ ਦੇ ਸਮੁੱਚੇ ਪਰਿਵਾਰ ਨੇ ਸਾਧੂਆਂ ਦੀ, ਮਹਾਂਪੁਰਖਾਂ ਦੀ ਸੰਗਤ ਦੀ ਸੇਵਾ ਕੀਤੀ। ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਹੁਕਮ ਮੰਨ ਕੇ ਉਸ ਸੇਵਾ ਨੂੰ ਫਲ ਲੱਗਿਆ। ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਹੋਈ। ਪਟਨਾ ਸਾਹਿਬ ਵਿਖੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਜਨਮ ਹੋਇਆ। ਸਤਿਗੁਰ ਸਾਚੈ ਦਿਆ ਭੇਜ, ਚਿਰ ਜੀਵਨ ਉਪਜੈ ਸੰਜੋਗ, ਉਧਰੈ ਮਾਹੀ ਆਏ ਕੀਆ ਨਿਵਾਸ, ਮਾਤਾ ਕੇ ਮਾਨ ਬਹੁਤ ਵਿਗਾਸ। ਉੱਥੋਂ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੇ ਅੱਗੇ ਅਸਾਮ ਦੇਸ਼ ਵੱਲ ਨੂੰ ਜਾਣਾ ਸੀ, ਆਪਣਾ ਡੇਰਾ ਕੂਚ ਕਰ ਦਿੱਤਾ। ਜਦੋਂ ਪਟਨੇ ਸ਼ਹਿਰ ਪਹੁੰਚੇ, ਫਿਰ ਉੱਥੇ ਆਪ ਨੇ ਆਪਣੇ ਪਰਿਵਾਰ ਦੀ, ਵੱਡੇ ਮਾਤਾ ਨਾਨਕੀ ਜੀ ਔਰ ਆਪਣੇ ਮਹਿਲ ਮਾਤਾ ਗੁਜਰੀ ਜੀ ਦੀ ਸੁੱਖ ਸਹੂਲਤ ਦੇਖ ਕੇ ਪਟਨੇ ਸ਼ਹਿਰ ਡੇਰਾ ਕਰ ਲਿਆ। ਉੱਥੇ ਆਪਣੇ ਪਰਿਵਾਰ ਨੂੰ ਉਤਾਰਾ ਦੇ ਦਿੱਤਾ। ਸੰਗਤਾਂ ਗੁਰੂ ਘਰ ਉੱਧਰੋਂ ਵਸਾਉਣ ਲੱਗੀਆਂ। ਜਿੱਥੇ ਸਿੱਖੀ ਦਾ ਬੂਟਾ ਲਾਇਆ ਸੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ, ਸਾਲਸਰਾਏ ਜੋਹਰੀ ਦੇ ਮਹਿਲ ਦੇ ਅੰਦਰ, ਸਾਲਸਰਾਏ ਨੇ ਸਿੱਖੀ ਨੂੰ ਧਾਰਨ ਕਰਨ ਤੋਂ ਬਾਅਦ ਆਪਣੇ ਮਹਿਲ ਨੂੰ ਧਰਮਸ਼ਾਲਾ ਬਣਾ ਦਿੱਤੀ। ਉਹ ਗੁਰਮਤਿ ਦਾ ਕੇਂਦਰ ਬਣ ਗਿਆ। ਉੱਥੇ ਕੀਰਤਨ ਦਾ, ਕਥਾ ਦਾ ਕੇਂਦਰ ਬਣ ਗਿਆ। ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਸਮੇਂ ਤੇ ਇੱਕ ਮਸੰਦ ਉੱਥੇ ਸੇਵਾ ਕਰਾ ਰਿਹਾ ਸੀ, ਗੁਲਾਬ ਰਾਏ। ਉਸੇ ਪਰਿਵਾਰ ਵਿੱਚੋਂ ਫਤਿਹ ਚੰਦ ਮੈਨੀ ਦਾ ਵੀ ਠਿਕਾਣਾ ਸੀ। ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਦਰੋਂ ਘਰੋਂ ਵਰਸਾ ਰਹੀਆਂ ਨੇ ਸਤਿਗੁਰੂ ਜੀ ਦੇ ਨਾਲ ਉਹਨਾਂ ਦਾ ਸਮੁੱਚਾ ਪਰਿਵਾਰ ਹੀ ਹੈ। ਮੁਖੀ ਸਿੱਖ ਵੀ ਨੇ, ਮਸੰਦ ਵੀ ਨੇ, ਔਰ ਹੋਰ ਵੀ ਮਹਾਂਪੁਰਖਾਂ ਦੀ, ਸਾਧੂਆਂ ਦੀ ਮੰਡਲੀ ਸਤਿਗੁਰੂ ਜੀ ਦੇ ਨਾਲ ਹੀ ਰਹਿੰਦੀ ਹੈ। ਪਟਨਾ ਸ਼ਹਿਰ ਗੰਗਾ ਕਿਨਾਰੇ ਹੈ, ਜਿੱਥੇ ਸਤਿਗੁਰੂ ਜੀ ਦਾ ਟਿਕਾਣਾ ਹੈ, ਡੇਰਾ, ਜਿੱਥੇ ਅੱਜ ਕੱਲ੍ਹ ਜਨਮ ਸਥਾਨ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਹੈ, ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ। ਸਤਿਗੁਰੂ ਜੀ ਦਾ ਡੇਰਾ ਉੱਥੇ ਹੈ, ਔਰ ਉੱਥੇ ਥੋੜ੍ਹੀ ਵਿੱਥ ਤੇ ਹੀ ਗੰਗਾ ਵਗਦੀ ਹੈ। ਜਿਤਨੇ ਸਤਿਗੁਰੂ ਜੀ ਦੇ ਨਾਲ ਸਿੱਖ ਨੇ, ਸਾਧੂਆਂ ਦੀ ਮੰਡਲੀ ਹੈ, ਉਹ ਸਾਰੇ ਦੇ ਸਾਰੇ ਅੰਮ੍ਰਿਤ ਵੇਲੇ ਦਰਿਆ ਗੰਗਾ ਵਿੱਚ ਇਸ਼ਨਾਨ ਕਰਕੇ ਆਉਂਦੇ। ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਇੱਕ ਸਿੱਖ ਹੈ, ਭਾਈ ਜੈਤ ਸੇਠ। ਉਹਨੂੰ ਕਦੀ ਵੀ ਕਿਸੇ ਨੇ
ਗੰਗਾ ਵਿੱਚ ਇਸ਼ਨਾਨ ਕਰਦੇ ਨੂੰ ਨਹੀਂ ਦੇਖਿਆ। ਭਾਈ ਜੈਤ ਸੇਠ ਸਤਿਗੁਰੂ ਜੀ ਦਾ ਅਨੰਤ ਸੇਵਕ ਹੈ, ਉਹਨਾਂ ਨੂੰ ਪਿਆਰਾ ਹੈ। ਸਤਿਗੁਰੂ ਜੀ ਵੀ ਉਹਨਾਂ ਨੂੰ ਬੜਾ ਸਤਿਕਾਰ ਦਿੰਦੇ ਨੇ। ਇਸ ਕਰਕੇ ਸਿੱਖ ਸੰਗਤਾਂ ਵਿੱਚ ਵੀ ਭਾਈ ਸਾਹਿਬ ਦਾ ਬੜਾ ਮਾਣ ਹੈ। ਪਰ ਕਿਸੇ ਨੇ ਉਹਨਾਂ ਨੂੰ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਹੋਏ ਨਹੀਂ ਦੇਖਿਆ। ਬਾਕੀ ਤਾਂ ਸਾਰੇ ਹੀ ਅੰਮ੍ਰਿਤ ਵੇਲੇ ਗੰਗਾ ਵਿੱਚ ਇਸ਼ਨਾਨ ਕਰਦੇ ਸਨ, ਕਿਉਂਕਿ ਅੱਜ ਕੱਲ੍ਹ ਵਾਂਗੂ ਹੁਣ ਤਾਂ ਬਾਥਰੂਮ ਨਹੀਂ ਬਣੇ ਹੁੰਦੇ, ਪਾਣੀ ਦੀਆਂ ਸਹੂਲਤਾਂ ਨਹੀਂ ਸਨ ਅੱਜ ਦੇ ਸਮੇਂ ਵਾਂਗ। ਜਿਨ੍ਹਾਂ ਨੇ ਵੀ ਇਸ਼ਨਾਨ ਕਰਨਾ ਹੁੰਦਾ, ਖੂਹ, ਬੋਲੀਆਂ, ਨਦੀਆਂ, ਨਾਲੇ ਜਾਂ ਦਰਿਆ, ਗੰਗਾ ਦੇ ਪਾਣੀ ਦਾ ਬਹੁਤ ਵੱਡਾ ਸਮੁੰਦਰ ਹੈ। ਇਸ ਕਰਕੇ ਸਾਰੇ ਹੀ ਅੰਮ੍ਰਿਤ ਵੇਲੇ ਗੰਗਾ ਵਿੱਚ ਇਸ਼ਨਾਨ ਕਰਦੇ ਨੇ। ਪਰ ਭਾਈ ਜੈ ਸੇਠ ਨਹੀਂ ਜਾਂਦਾ, ਉਸ ਨੂੰ ਕਦੇ ਤੱਕਿਆ ਹੀ ਨਹੀਂ ਕਿਸੇ ਨੇ ਗੰਗਾ ਵਿੱਚ ਇਸ਼ਨਾਨ ਕਰਦਾ। ਇੱਕ ਵਾਰ ਸਿੱਖਾਂ ਨੇ ਬੇਨਤੀ ਕੀਤੀ, ਗਰੀਬ ਨਿਵਾਜ ਬਾਈ, ਕਿ ਜਿਤਨੇ ਵੀ ਸਿੱਖ ਸੰਗਤਾਂ ਨੇ, ਸਾਧੂਆਂ ਦੀ ਮੰਡਲੀ ਹੈ, ਹੋਰ ਵੀ ਮੁਖੀ ਸਿੱਖ ਨੇ, ਸਾਰੇ ਹੀ ਅੰਮ੍ਰਿਤ ਵੇਲੇ ਜਾਂਦੇ ਨੇ ਗੰਗਾ ਵਿੱਚ ਇਸ਼ਨਾਨ ਕਰਨ ਵਾਸਤੇ, ਪਰ ਭਾਈ ਜੈਤ ਸੇਠ ਉੱਥੇ ਇਸ਼ਨਾਨ ਨਹੀਂ ਕਰਦਾ। ਉਹਨੂੰ ਕਦੀ ਕਿਸੇ ਨੇ ਨਹੀਂ ਦੇਖਿਆ। ਸਤਿਗੁਰੂ ਜੀ ਕਹਿਣ ਲੱਗੇ, ਭਾਈ ਇਸ਼ਨਾਨ ਤਾਂ ਸਿੱਖ ਦਾ ਧਰਮ ਹੈ, ਰੋਜ਼ ਦਾ ਨਿਯਮ ਹੈ, ਸਭ ਤੋਂ ਪਹਿਲਾਂ ਇਸ਼ਨਾਨ ਹੀ ਕਰਨਾ ਹੁੰਦਾ ਹੈ। ਇਸ ਕਰਕੇ ਫਿਰ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨਾ, ਬਾਣੀ ਪੜ੍ਹਨੀ, ਫਿਰ ਆਪਣੇ ਜੋ ਵੀ ਕਾਰ ਕਰਨੇ ਨੇ। ਸਿੱਖ ਦੇ ਜੀਵਨ ਦੀ ਸ਼ੁਰੂਆਤ ਹੀ ਇਸ਼ਨਾਨ ਤੋਂ ਹੈ। ਫਿਰ ਭਾਈ ਜੈਤ ਸੇਠ ਨੂੰ ਕਿਸੇ ਨੇ ਦੇਖਿਆ ਹੀ ਨਹੀਂ, ਹੋਰ ਇੱਥੇ ਪਾਣੀ ਦਾ ਸਰੋਤ ਕੋਈ ਨਹੀਂ। ਸਤਿਗੁਰੂ ਜੀ ਫਿਰ ਕਹਿਣ ਲੱਗੇ, ਭਾਈ ਇਹ ਕਿਵੇਂ ਹੋ ਸਕਦਾ ਕਿ ਸਿੱਖ ਇਸ਼ਨਾਨ ਨਾ ਕਰੇ? ਇਸ਼ਨਾਨ ਤਾਂ ਜ਼ਰੂਰ ਕਰਦਾ ਹੋਊਗਾ, ਤੁਸੀਂ ਆਪਣੀ ਤਸੱਲੀ ਕਰ ਲਓ, ਨਿਰਣਾ ਕਰ ਲਓ। ਜਿੱਥੇ ਭਾਈ ਜੈ ਸਿੰਘ ਦਾ ਡੇਰਾ ਹੈ, ਉੱਥੇ ਪਹਿਰੇ ਲਾ ਦਿਓ ਵੀ ਅੰਮ੍ਰਿਤ ਵੇਲੇ ਭਾਈ ਜੈ ਸੇਠ ਇਸ਼ਨਾਨ ਕਰਦਾ ਹੈ, ਔਰ ਜੇ ਕਰਦਾ ਤਾਂ ਕਿੱਥੇ ਕਰਦਾ ਹੈ। ਤਾਂ ਸਾਧ ਸੰਗਤ ਸਭ ਨੇ ਐਵੇਂ ਕੀਤਾ। ਜਿੱਥੇ ਭਾਈ ਸਾਹਿਬ ਦਾ ਡੇਰਾ ਸੀ, ਪਹਿਰੇ ਲਗਾ ਦਿੱਤੇ, ਸਾਵਧਾਨ ਰਹੇ ਸਾਰੀ ਰਾਤ। ਰਾਤ ਦਾ 1 ਪਹਿਰ ਗੁਜ਼ਰ ਗਿਆ, 2 ਪਹਿਰ ਗੁਜ਼ਰ ਗਏ, ਜੋ 3 ਪਹਿਰ ਗੁਜ਼ਰ ਗਏ, ਅੰਮ੍ਰਿਤ ਵੇਲਾ ਹੋ ਗਿਆ। 4ਥੇ ਪਹਿਰ ਸੁਬਹ ਕੇ, ਰਾਤ ਦੇ 4ਥੇ ਪਹਿਰ। ਇਹਦੇ ਸੁਬਹ ਤੋਂ ਬਾਅਦ ਸਵੇਰ ਨਹੀਂ, ਸੱਸਾ ਮੁਕਤਾ ਹੈ, ਸ਼ਬਦ ਫਾਰਸੀ ਦਾ ਹੈ, ਇਹ ਸ਼ਬਦ ਫਾਰਸੀ ਦਾ ਹੈ। ਰਾਤ ਇਹਦਾ ਭਾਵ ਹੈ ਰਾਤ ਦੇ 4ਥੇ ਪਹਿਰ, ਸਵੈ ਕੇ ਸੁੱਤੇ ਉਪਜੇ ਚਾਓ। ਜਿਹੜੇ ਬੰਦਗੀ ਕਰਨ ਵਾਲੇ ਨੇ, ਉਹਨਾਂ ਦੇ ਅੰਦਰ ਉਤਸ਼ਾਹ ਪੈਦਾ ਹੁੰਦਾ ਹੈ। ਔਰ ਰੱਬ ਦੇ ਵਿੱਚ ਵਸਣ ਤੋਂ ਪਹਿਲਾਂ ਕਿਸੇ ਸਰੋਤ ਨਾਲ ਜੁੜਦੇ ਨੇ, ਭਾਵੇਂ ਕੋਈ ਨਦੀ ਹੋਵੇ, ਕੋਈ ਬੋਲੀ ਹੋਵੇ, ਕੋਈ ਸਰੋਵਰ ਹੋਵੇ, ਕੋਈ ਦਰਿਆ ਹੋਵੇ। ਪਾਣੀ ਦੇ ਸਰੋਤ ਵਿੱਚ ਇਸ਼ਨਾਨ ਕਰਦੇ ਨੇ, ਉੱਥੇ ਇਸ਼ਨਾਨ ਕਰਕੇ ਰੱਬ ਦੀ ਬੰਦਗੀ ਵਿੱਚ ਜੁੜਦੇ ਨੇ। ਤੇ ਸਤਿਗੁਰੂ ਜੀ ਫਰਮਾਨ ਕਰਦੇ ਨੇ ਗੁਰਮੁਖਾਂ ਦਾ, ਉਹਨਾਂ ਪਾਣੀ ਦੇ ਸਰੋਤਾਂ ਨਾਲ ਵੀ ਪਿਆਰ ਪੈ ਜਾਂਦਾ ਹੈ। ਤਿੰਨਾਂ ਦਰਿਆਵਾਂ ਸੇ ਉਹ ਦੋਸਤੀ, ਕਿਉਂਕਿ ਉਹਨਾਂ ਵਿੱਚ ਇਸ਼ਨਾਨ ਕਰਕੇ ਮਨ ਮੁਖ ਸੱਚਾ ਨਾ, ਮਨ ਕਰਕੇ ਵੀ ਔਰ ਬਾਣੀ ਕਰਕੇ ਵੀ ਪਰਮਾਤਮਾ ਦੇ ਨਾਮ ਦਾ ਜਾਪ ਕਰਦੇ ਨੇ। ਰਾਤ ਦੇ 3 ਪਹਿਰ ਗੁਜ਼ਰ ਗਏ। ਭਾਈ ਜੈਤ ਸੇਠ ਆਪਣੇ ਰੋਜ਼ ਦੇ ਨਿਯਮ ਅਨੁਸਾਰ ਸਾਵਧਾਨ ਹੋਇਆ, ਤੇ ਜਿਨ੍ਹਾਂ ਨੇ ਪਹਿਰੇ ਲਗਾਏ ਉਹ ਵੀ ਸਾਵਧਾਨ ਨੇ। ਉਹਨਾਂ ਨੇ ਕਿਹਾ, ਦੇਖੀਏ ਕਿ ਭਾਈ ਸਾਹਿਬ ਇਸ਼ਨਾਨ ਕਰਨਗੇ ਕਿ ਨਹੀਂ। ਭਾਈ ਜੈਤ ਸੇਠ ਨੇ ਦਾਤਨ ਵਗੈਰਾ ਕੀਤੀ। ਸ਼ੌਚ ਜਾਣ ਤੋਂ ਬਾਅਦ ਇੱਕ ਕੁੰਡ ਬਣੀ ਸੀ ਭਾਈ ਸਾਹਿਬ ਦੀ, ਉੱਥੇ ਆ ਗਏ। ਸਿੱਖਾਂ ਨੇ ਦੇਖਿਆ ਕਿ ਗੰਗਾ ਦੀ ਤਰਫੋਂ ਭਾਈ ਸਾਹਿਬ ਨੇ ਇੱਕ ਰਸਤਾ ਬਣਾਇਆ ਹੋਇਆ ਹੈ ਕਿ ਜਿਹਦੇ ਨਾਲ ਕਿ ਉਹ ਕੁੰਡ ਦੇ ਵਿੱਚ ਪਾਣੀ ਆਉਂਦਾ। ਭਾਈ ਜੈਤ ਸੇਠ ਨੇ ਇਸ਼ਨਾਨ ਕੀਤਾ। ਇਸ਼ਨਾਨ ਕਰਕੇ ਬੈਠ ਗਿਆ, ਰੱਬ ਦੀ ਬੰਦਗੀ ਵਿੱਚ ਜੁੜ ਕੇ ਆਪਣੇ ਰੋਜ਼ ਦੇ ਨਿਯਮ ਅਨੁਸਾਰ ਸਿਮਰਨ ਅਭਿਆਸ ਕਰਨ ਲੱਗ ਗਏ। ਬਾਣੀ ਦਾ ਨਿਤਨੇਮ ਕੀਤਾ। ਦਿਨ ਚੜ੍ਹਿਆ। ਜਦੋਂ ਸਤਿਗੁਰੂ ਜੀ ਦਾ ਦਰਬਾਰ ਸਜਿਆ, ਇਹ ਸਿੱਖ ਆਏ, ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਨਮਸਕਾਰ ਕੀਤੀ। ਗੁਰੂ ਤੇਗ ਬਹਾਦਰ ਜੀ ਮਹਾਰਾਜ ਕਹਿਣ ਲੱਗੇ ਕਿ ਭਾਈ ਦੱਸੋ, ਜੈਤ ਸੇਠ ਨੇ ਇਸ਼ਨਾਨ ਕੀਤਾ ਜਾਂ ਨਹੀਂ ਕੀਤਾ? ਇਹਨਾਂ ਨੇ ਬੇਨਤੀ ਕੀਤੀ, ਗਰੀਬ ਨਿਵਾਜ, ਬੜੀ ਅਚਰਜ ਗੱਲ ਹੈ, ਬੜੀ ਹੈਰਾਨੀ ਦੀ ਗੱਲ ਹੈ ਕਿ ਭਾਈ ਜੈਤ ਸੇਠ ਅਸੀਂ ਆਪਣੀ ਅੱਖਾਂ ਦੇ ਨਾਲ ਦੇਖਿਆ, ਉਸਨੇ ਇਸ਼ਨਾਨ ਵੀ ਕੀਤਾ। ਕਿੱਥੇ ਜਾ ਕੇ? ਮਹਾਰਾਜ ਹੋਰ ਤੇ ਜਿਤਨੀਆਂ ਵੀ ਸੰਗਤਾਂ ਨੇ ਆਪ ਦੇ ਨਾਲ, ਸਾਰੇ ਹੀ ਗੰਗਾ ਦੇ ਵਿੱਚ ਇਸ਼ਨਾਨ ਕਰਨ ਜਾਂਦੇ ਨੇ। ਪਰ ਭਾਈ ਜੈਤ ਸੇਠ ਦਾ ਜਿੱਥੇ ਡੇਰਾ ਹੈ, ਉੱਥੇ ਇੱਕ ਕੁੰਡ ਬਣੀ ਹੋਈ ਹੈ।
ਭਾਈ ਸਾਹਿਬ ਨੇ ਉਸ ਕੁੰਡ ਵਿੱਚ ਇਸ਼ਨਾਨ ਕੀਤਾ ਤੇ ਕਹਿੰਦੇ ਪਾਣੀ ਕਿੱਥੋਂ ਆਇਆ? ਕਹਿੰਦੇ ਮਹਾਰਾਜ ਇਹ ਵੀ ਦੇਖੋ ਕਿੱਡੀ ਹੈਰਾਨੀ ਵਾਲੀ ਗੱਲ ਆ ਕਿ ਅਸੀਂ ਕਦੇ ਸੋਚਿਆ ਹੀ ਨਹੀਂ ਕਿ ਵੀ ਗੰਗਾ ਤੋਂ ਉਹਨਾਂ ਨੇ ਇੱਕ ਰਸਤਾ ਬਣਾ ਕੇ ਪਾਣੀ ਸਿੱਧਾ ਆਪਣੇ ਕੁੰਡ 'ਚ ਲਿਆਂਦਾ ਹੋਇਆ। ਉਸ ਜਲ ਦੇ ਨਾਲ ਭਾਈ ਸਾਹਿਬ ਇਸ਼ਨਾਨ ਕਰਦੇ ਸਨ ਤੇ ਮਹਾਰਾਜ ਇੱਥੇ ਸਾਡੀ ਹੁਣ ਤਸੱਲੀ ਹੋ ਗਈ ਹੈ, ਅਸੀਂ ਨਿਰਣਾ ਕਰ ਲਿਆ ਕਿ ਭਾਈ ਜੈਤ ਸੇਠ ਰੋਜ਼ ਇਸ਼ਨਾਨ ਕਰਦਾ ਹੈ, ਪਰ ਉਹਦੇ ਇਸ਼ਨਾਨ ਦੀ ਜਿਹੜੇ ਸੇਵਾ ਕਰਾਉਣ ਵਾਲੇ ਸਨ ਸੇਵਾਦਾਰ, ਉਹ ਕੌਣ ਸਨ? ਮਹਾਰਾਜ ਕਹਿੰਦੇ ਕਿ ਵੀ ਉਹ ਤੇ ਦੇਖੋ ਆਪਾਂ ਆਪ ਚੱਲ ਕੇ ਜਾਂਦੇ ਹਾਂ, ਉਹਨਾਂ ਨੇ ਆਪਣਾ ਦਿਮਾਗ ਲਾਇਆ, ਉਹਨਾਂ ਨੂੰ ਗਿਆਨ ਹੋਇਆ, ਉਹਨਾਂ ਨੇ ਸੋਚਿਆ ਕਿ ਆਪਾਂ ਗੰਗਾ ਨੂੰ ਕਿਉਂ ਨਾ ਇੱਧਰ ਨੂੰ ਲੈ ਆਈਏ, ਕਿੰਨੀ ਦੂਰ ਜਾਣਾ ਪੈਂਦਾ ਵਾ, ਉਹੀ ਉਹਨਾਂ ਦਾ ਸਮਾਂ ਬਚਦਾ ਹੈ। ਉਹ ਬਾਣੀ ਦੇ ਰਸੀਏ ਨੇ ਤੇ ਸਭ ਨੇ ਉਹਨਾਂ ਦੀ ਸੇਵਾ ਕੀਤੀ, ਤਾਂ ਉਹਨਾਂ ਲਈ ਉਹ ਕੁੰਡ ਤਿਆਰ ਕੀਤਾ ਤੇ ਪਾਣੀ, ਤਾਂ ਜੋ ਕਿ ਉਹ ਪਾਣੀ ਕੁੰਡ 'ਚ ਆਵੇ ਔਰ ਉਹ 'ਚ ਇਸ਼ਨਾਨ ਕਰਨ, ਔਰ ਉੱਥੇ ਇਸ਼ਨਾਨ ਕਰਕੇ ਉਹ ਆਪਣਾ ਨਿਤਨੇਮ ਜੋ ਵੀ ਸਿਮਰਨ ਜਾਪ ਨਿਤਨੇਮ ਅੰਮ੍ਰਿਤ ਵੇਲੇ ਚੌਂਕੜਾ ਮਾਰ ਕੇ ਬੈਠਦੇ, ਉੱਥੇ ਬੈਠਦੇ। ਇਹ ਇੱਕ ਦਿਨ ਦੀ ਗੱਲ ਨਹੀਂ ਹੈ, ਰੋਜ਼ਾਨਾ ਹੀ ਇਸੇ ਤਰ੍ਹਾਂ ਹੁੰਦਾ ਹੈ। ਔਰ ਜਿਹੜਾ ਉਹਦਾ ਪਾਣੀ ਵੇਸਟ ਹੁੰਦਾ, ਉਹਦਾ ਵੀ ਉਹਨਾਂ ਨੇ ਇੱਕ ਤਰੀਕੇ ਨਾਲ ਸਾਈਡ ਤੋਂ ਪਾਣੀ ਕੱਢਿਆ ਹੋਇਆ। ਦੇਖੋ ਉਸ ਸਮੇਂ ਤੇ ਵੀ ਕੋਈ ਇਸ ਤਰ੍ਹਾਂ ਦਿਮਾਗ ਲਾ ਲਵੇ, ਉਹ ਬਿਲਕੁਲ ਇੱਕ ਹੈਰਾਨੀ ਵਾਲੀ ਗੱਲ ਹੁੰਦੀ ਕਈਆਂ ਲਈ। ਲੋਕੀ ਜਾ ਕੇ ਤੀਰਥਾਂ ਤੇ ਇਸ਼ਨਾਨ ਕਰਦੇ ਨੇ ਤੇ ਉਹਨਾਂ ਨੇ ਦੇਖੋ ਬਹਾਨੇ ਸਿਰ ਤੀਰਥਾਂ ਨੂੰ ਹੀ ਆਪਣੇ ਵੱਲ ਕਰ ਲਿਆ। ਇਹ ਜਿਹੇ ਗੁਰਸਿੱਖਾਂ ਦੇ ਚਰਨ ਧੂੜ ਪਰਸਨ ਵਾਸਤੇ ਆਉਂਦੇ ਨੇ। ਕਿਲਵਿਖ ਮੈਲ ਭਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਤੀਰਥ ਵੀ ਲੋਚਦੇ ਸੰਤਾਂ ਦੀ ਤੂੜੀ ਤਾਈ, ਤੀਰਥ ਵੀ ਲੋਚਦੇ ਸੰਤਾਂ ਦੀ ਤੂੜੀ ਤਾਈ। ਸੰਤਾਂ ਦੀ ਤੂੜੀ ਤਾਈ, ਸੰਤਾਂ ਦੀ ਤੂੜੀ ਤਾਈ, ਸੰਤਾਂ ਦੀ ਤੂੜੀ ਤਾਈ, ਸੰਤਾਂ ਦੀ ਤੂੜੀ ਤਾਈ। ਸੰਤਾਂ ਦੀ ਤੂੜੀ ਤਾਈ, ਸੰਤਾਂ ਦੀ ਤੂੜੀ, ਸੰਤਾਂ ਦੀ ਤੂੜੀ ਤਾਈ, ਸੰਤਾਂ ਦੀ ਤੂੜੀ ਤਾਈ। ਤੀਰਥ ਵੀ ਲੋਚਦੇ ਸੰਤਾਂ ਦੀ ਤੂੜੀ, ਤੀਰਥ ਵੀ ਲੋਚਦੇ ਸੰਤਾਂ ਦੀ ਤੂੜੀ ਤਾਈ। ਤੇ ਸਾਧ ਸੰਗਤ ਆਪਣੀ ਸੁਰਤਾਂ ਹੋਤੀ ਮਰਦਾਨ ਲੈ ਜਾਓ। ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ, ਜਿਨ੍ਹਾਂ ਨੇ ਉਸ ਇਲਾਕੇ ਵਿੱਚ ਜਿੱਥੇ ਖੂੰਖਾਰ ਪਠਾਨ ਰਹਿੰਦੇ ਸਨ, ਖੂੰਖਾਰ ਬੁੱਧੀਆਂ ਵਾਲੇ ਪਠਾਨ ਰਹਿੰਦੇ ਸਨ, ਐਸਾ ਸ਼ਬਦ ਚਲਾਇਆ, ਐਸਾ ਉਹਨਾਂ ਤੇਜ ਪ੍ਰਤਾਪ, ਐਸੇ ਉਹਨਾਂ ਨੇ ਗੁਰਬਾਣੀ ਦਾ ਪ੍ਰਚਾਰ ਕੀਤਾ, ਉਹ ਪਠਾਨ ਮਹਾਂਪੁਰਖਾਂ ਦੇ ਡੇਰੇ ਅੱਗੋਂ ਝੁਕ ਕੇ ਨਹੀਂ ਸੀ ਲੰਘੇ, ਬਿਨਾਂ ਝੁਕੇ ਨਹੀਂ ਸੀ ਲੰਘੇ ਕਰਦੇ। ਗੁਰੂ ਪਾਤਸ਼ਾਹ ਤੋਂ ਬਾਅਦ ਜਿਹੜਾ ਗੁਰਮਤਿ ਦਾ ਕੇਂਦਰ ਸੀ ਨਾ ਅਸਲ ਦੇ ਵਿੱਚ, ਉਹ ਹੋਤੀ ਮਰਦਾਨ ਹੀ ਸੀ, ਜਿਹੜਾ ਇਸ ਵਕਤ ਪਾਕਿਸਤਾਨ ਦੇ ਵਿੱਚ ਹੈ। ਬੜੀਆਂ ਸੰਗਤਾਂ ਆਉਂਦੀਆਂ। ਇੱਕ ਵਾਰ ਦਾ ਜ਼ਿਕਰ, ਹਰਿਦੁਆਰ ਕੁੰਭ ਦਾ ਮੇਲਾ ਹੈ, ਮਹਾਂਪੁਰਖਾਂ ਦੀ ਇੱਕ ਮੰਡਲੀ ਉਸ ਇਲਾਕੇ ਦੇ ਵਿੱਚ ਤਿਆਰੀ ਕਰ ਲਈ ਹਰਿਦੁਆਰ ਜਾਣ ਵਾਸਤੇ। ਇਹ ਉਦੋਂ ਦੀ ਗੱਲ ਹੈ ਜਦੋਂ ਹਿੰਦੁਸਤਾਨ ਦੇ ਵਿੱਚ ਨਵੀਂ ਰੇਲ ਗੱਡੀਆਂ ਸ਼ੁਰੂ ਹੀ ਹੋਈਆਂ ਸਨ, ਅੰਗਰੇਜ਼ਾਂ ਦਾ ਸਮਾਂ ਸੀ, 125 ਸਾਲ ਪਹਿਲਾਂ ਦੀ ਗੱਲ ਹੈ। ਮਹਾਂਪੁਰਖ ਰੇਲ ਗੱਡੀ ਦੇ ਵਿੱਚ ਸਵਾਰ ਹੋ ਗਏ। ਜਦੋਂ ਹੋਤੀ ਮਰਦਾਨ ਦੇ ਨੇੜੇ ਦਾ ਰੇਲਵੇ ਸਟੇਸ਼ਨ ਆਇਆ, ਉਹਨਾਂ ਨੇ ਸੋਚਿਆ ਕਿ ਵੀ ਹਲੇ ਕਈ ਦਿਨ ਪਏ ਨੇ, ਹੋਵੇ ਨਾ ਜਾਂਦੇ ਜਾਂਦੇ ਮਹਾਂਪੁਰਖਾਂ ਦੇ ਦਰਸ਼ਨ ਹੀ ਕਰ ਚੱਲੀਏ। ਮਹਾਂਪੁਰਖ ਉੱਥੇ ਸਟੇਸ਼ਨ ਤੇ ਉਤਰੇ,
ਹੋਤੀ ਮਰਦਾਨ ਪਹੁੰਚੇ ਮਹਾਂਪੁਰਖਾਂ ਦੇ ਪਾਸ। ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ ਜੀ ਨੇ ਉਹਨਾਂ ਦੀ ਬੜੀ ਆਓ ਭਗਤ ਕੀਤੀ, ਕਿਉਂਕਿ ਆਏ ਗਏ ਮਹਾਂਪੁਰਖਾਂ ਦਾ ਸਾਧੂਆਂ ਦਾ ਬੜਾ ਸਤਿਕਾਰ ਕਰਿਆ ਕਰਦੇ ਸਨ। ਵੱਡੇ ਸੰਤ ਜੀ ਮਹਾਰਾਜ ਜਿਹੜੇ ਰਾੜਾ ਸਾਹਿਬ ਵਾਲੇ ਨੇ, ਭਾਵੇਂ ਕਿਸੇ ਸਾਧੂਆਂ ਵਾਲਾ ਲਿਬਾਸ ਹੀ ਪਾਇਆ ਹੁੰਦਾ, ਉਹਨਾਂ ਨੂੰ ਵੀ ਆਪਣੇ ਨਾਲ ਹੀ ਕੁਰਸੀ ਤੇ ਬਿਠਾ ਲਿਆ ਕਰਦੇ। ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਵਾਰ ਕੁਝ ਕੁ ਸੱਜਣਾ ਤੇ ਕਹੇ ਕਹਾਏ ਤੇ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਮੰਗਲ ਬਦਲ ਦਿੱਤੇ। ਮੰਗਲ ਕਈ ਪਹਿਲਾਂ ਨੇ, ਕਈ ਬਾਅਦ ਵਿੱਚ ਨੇ। ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਸਿਰਲੇਖ ਤੋਂ ਬਾਅਦ ਵੀ ਨੇ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਖੋਤੀ ਸਾਧਾਂ ਦੇ ਕਹੇ ਤੋਂ ਉਹ ਸਾਰੇ ਮੰਗਲ ਹੀ ਸਿਰਲੇਖਾਂ ਤੋਂ ਪਹਿਲਾਂ ਲਿਖ ਦਿੱਤੇ ਕਿ ਪਹਿਲਾਂ ਮੰਗਲ ਹੋਣਾ ਚਾਹੀਦਾ, ਬਾਅਦ ਵਿੱਚ ਸਿਰਲੇਖ ਹੋਣਾ ਚਾਹੀਦਾ। ਜਿਹੜੇ ਉਸ ਵੇਲੇ ਦੇ ਸਿੱਖ ਜਗਤ ਦੇ ਮਹਾਂਪੁਰਖ ਸਨ, ਉਹਨਾਂ ਨੇ ਇਸ ਗੱਲ ਤੇ ਬੜਾ ਭਾਰੀ ਇਤਰਾਜ਼ ਕੀਤਾ ਕਿ ਅੱਜ ਤੁਸੀਂ ਮੰਗਲਾਂ ਦੇ ਵਿੱਚ ਅਦਲਾ ਬਦਲੀ ਕਰਨ ਲੱਗੇ ਹੋ ਤੇ ਕੱਲ ਨੂੰ ਕੋਈ ਹੋਰ ਤਬਦੀਲੀ ਹੋਊਗੀ, ਫਿਰ ਤਾਂ ਸਿਲਸਿਲਾ ਹੀ ਜਾਰੀ ਹੋ ਜਾਊਗਾ। ਜੇ ਇੱਕ ਵਾਰੀ ਸ਼ੁਰੂ ਹੋ ਗਿਆ ਸਿਲਸਿਲਾ ਤਾਂ ਇਹਨੇ ਕਿਤੇ ਰੁਕਣਾ ਨਹੀਂ ਹੈ, ਫਿਰ ਪਤਾ ਨਹੀਂ ਆਉਣ ਦੇ ਸਮੇਂ ਦੇ ਵਿੱਚ ਕਿੰਨੀ ਬਦਲੀ ਹੋਊਗੀ। ਸੋ ਇਸ ਕਰਕੇ ਜਿਹੜੀ ਤੁਸੀਂ ਬਦਲੀ ਕੀਤੀ ਹੈ, ਤਬਦੀਲੀ ਕੀਤੀ ਹੈ, ਇਹ ਸਿੱਖ ਜਗਤ ਨੂੰ ਪ੍ਰਵਾਨ ਨਹੀਂ, ਸੋ ਇਸ ਨੂੰ ਉਸੇ ਤਰ੍ਹਾਂ ਹੀ ਰਹਿਣ ਦਿਓ। ਸਾਧ ਸੰਗਤ ਕਈ ਸਾਲ ਇਹ ਸੰਘਰਸ਼ ਚੱਲਦਾ ਰਿਹਾ, ਥਾਂ ਥਾਂ ਤੇ ਮੀਟਿੰਗਾਂ ਹੁੰਦੀਆਂ ਰਹੀਆਂ ਸੰਤ ਸਮਾਜ ਦੀਆਂ। ਤੇ ਜਦੋਂ ਰਾੜਾ ਸਾਹਿਬ ਮੀਟਿੰਗ ਹੋਈ ਸੰਤ ਸਮਾਜ ਦੀ, ਉਸ ਸੰਬੰਧ ਦੇ ਵਿੱਚ ਤੁਹਾਡੇ ਵਿੱਚ ਕਈਆਂ ਨੇ ਸੁਣਿਆ ਵੀ ਹੋਏਗਾ ਜਾਂ ਕਿਸੇ ਨੇ ਦੇਖਿਆ ਵੀ ਹੋਊਗਾ। ਸਤਿਕਾਰ ਤੇ ਹੋਰ ਵੀ ਸਥਾਨਾਂ ਤੇ ਵੀ ਹੋਇਆ ਸਾਧੂਆਂ ਦਾ, ਪਰ ਜਿਹੜਾ ਸਤਿਕਾਰ ਇੱਥੇ ਹੋਇਆ ਉਹ ਆਪਣੀ ਮਿਸਾਲ ਆਪ ਹੀ ਸੀ। ਸੰਤ ਜੀ ਮਹਾਰਾਜ ਜੀ ਨੇ ਇੱਕ ਜਥਾ, ਇੱਕ ਕਮੇਟੀ ਹੀ ਐਸੀ ਬਣਾ ਦਿੱਤੀ ਕਿ ਸਿਰਫ ਆਏ ਗਏ ਮਹਾਂਪੁਰਖਾਂ ਦੀ ਆਓ ਭਗਤ ਹੀ ਕਰਦੀ। ਬੈਂਡ ਬਾਜੇ ਮੰਗਾਏ ਗਏ ਸਨ, ਉਹਨਾਂ ਮਹਾਂਪੁਰਖਾਂ ਦੀ ਸਾਧੂਆਂ ਦੀ ਰਿਹਾਇਸ਼ ਵਾਸਤੇ ਬੜਾ ਅੱਛਾ ਇੰਤਜ਼ਾਮ ਕੀਤਾ ਗਿਆ, ਭੋਜਨ ਵਾਸਤੇ ਬੜਾ ਅੱਛਾ ਇੰਤਜ਼ਾਮ ਕੀਤਾ ਗਿਆ, ਭਾਂਤ ਭਾਂਤ ਦੇ ਪਕਵਾਨ ਤਿਆਰ ਕੀਤੇ ਗਏ ਉਹਨਾਂ ਮਹਾਂਪੁਰਖਾਂ ਸਾਧੂਆਂ ਦੇ ਵਾਸਤੇ, ਸਾਰੀ ਸੰਗਤ ਵਾਸਤੇ। ਸੋ ਬੜਾ ਉਹਨਾਂ ਸਾਧੂਆਂ ਦਾ ਸਤਿਕਾਰ ਹੋਇਆ। ਸਾਰਿਆਂ ਨੇ ਗੱਲ ਤਸਲੀਮ ਕਰ ਲਈ ਕਿ ਬਈ ਮੰਨਣੀ ਪਈ ਕਿ ਜਿਹੜਾ ਸਤਿਕਾਰ ਸਾਧੂਆਂ ਦਾ ਰਾੜਾ ਸਾਹਿਬ ਹੋਇਆ ਇਹ ਹਰ ਥਾਂ ਤੇ ਨਹੀਂ ਹੋ ਸਕਦਾ। ਖੈਰ ਇਹ ਤੇ ਮਰਿਆਦਾ ਹੀ ਐਸੀ ਉਸ ਸਥਾਨ ਤੇ ਧਿਆਨ ਦਿਓ। ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ ਉਹਨਾਂ ਮਹਾਂਪੁਰਖਾਂ ਦਾ ਬੜਾ ਸਤਿਕਾਰ ਕੀਤਾ ਉਹਨਾਂ ਨੇ। ਉਚੇਚੇ ਤੌਰ ਤੇ ਸੇਵਾਦਾਰ ਨਿਯੁਕਤ ਕਰ ਦਿੱਤੇ, ਉਹਨਾਂ ਦਾ ਡੇਰਾ ਕਰਵਾ ਦਿੱਤਾ, ਉਹਨਾਂ ਦਾ ਲੰਗਰ ਭੋਜਨ ਦਾ ਪ੍ਰਸ਼ਾਦ ਵਾਸਤੇ ਜਾਂ ਉਹਨਾਂ ਦੀ ਹਰ ਕਿਸਮ ਦੀ ਖਿਦਮਤ ਵਾਸਤੇ ਅੱਛੇ ਤੋਂ ਅੱਛੇ ਇੰਤਜ਼ਾਮ ਕੀਤੇ ਗਏ। ਹੁਣ ਸਾਧ ਸੰਗਤ ਮਹਾਂਪੁਰਖਾਂ ਦੀ ਜਿਹੜੀ ਮੰਡਲੀ ਆਈ ਹੈ, ਮਹਾਂਪੁਰਖਾਂ ਦੇ ਪਾਸ ਚੱਲ ਕੇ ਆਏ ਨੇ ਸਾਧੂ। ਉੱਥੇ ਕਿਹੜਾ ਕੋਈ ਦੁਨਿਆਵੀ ਗੱਲਾਂ ਬਾਤਾਂ ਹੋਣੀਆਂ ਸਨ ਜਾਂ ਕਿਸੇ ਉੱਪਰ ਚਿੱਕੜ ਉਛਾਲੇ ਜਾਣੇ ਸੀ। ਸੰਤ ਮਿਲਿਆ ਕਿਛ ਸੁਣੀਏ ਕਹੀਏ, ਮਿਲੇ ਅਸੰਤ ਮਸਟ ਕਰ ਰਹੀ ਹੈ। ਸੰਤਨ ਸੇ ਬੋਲੇ ਉਪਕਾਰੀ, ਮੂਰਖ ਸੇ ਬੋਲੇ ਚਖ ਮਾਰੀ। ਫਿਰ ਉੱਥੇ ਹੋਇਆ ਹਰੀ ਜਸ, ਹਰੀ ਕੀਰਤਨ, ਉਸ ਪਰਮਾਤਮਾ ਦੇ ਅਕਾਲ ਪੁਰਖ ਵਾਹਿਗੁਰੂ ਦੇ ਦਰ ਘਰ ਦੀਆਂ, ਸਤਿਗੁਰ ਦੇ ਦਰ ਘਰ ਦੀਆਂ ਵਾਰਤਾ। ਜਿਸ ਤਰ੍ਹਾਂ ਭਾਈ ਗੁਰਦਾਸ ਜੀ ਨੇ ਭਗਤ ਸੈਨ ਜੀ ਦੇ ਜੀਵਨ ਵਿੱਚ ਇੱਕ ਉਦਾਹਰਣ ਦਿੱਤੀ ਹੈ, ਸੁਨ ਪ੍ਰਤਾਪ ਕਬੀਰ ਦਾ, ਦੂਜਾ ਸਿੱਖ ਹੋਆ ਸੈਣ ਨਾਈ। ਕਬੀਰ ਜੀ ਦੀ ਉਪਮਾ ਸੁਣ ਕੇ ਸੈਨ ਜੀ ਦੇ ਮਨ ਵਿੱਚ ਵੀ ਉਤਸ਼ਾਹ ਜਾਗਿਆ ਵੀ ਕਬੀਰ ਜੀ ਨੇ ਰਾਮਾਨੰਦ ਜੀ ਦੇ ਪਾਸੋਂ ਉਪਦੇਸ਼ ਲਿਆ, ਉਪਦੇਸ਼ ਦੀ ਕਮਾਈ ਕੀਤੀ, ਜਿਸ ਦੇ ਵਿੱਚ ਕਰਕੇ ਸੰਸਾਰ ਦੇ ਵਿੱਚ ਧੰਨ ਧੰਨ ਹੋ ਰਹੀ ਹੈ। ਹੋਵੇ ਨਾ ਮੈਂ ਵੀ ਭਗਤ ਨਾ, ਮੈਂ ਵੀ ਨਾ ਭਗਤ ਜੀ ਤੋਂ ਉਪਦੇਸ਼ ਲਵਾਂ। ਉਹ ਵੀ ਰਾਮਾਨੰਦ ਜੀ ਦੇ ਸ਼ਿਸ਼ ਬਣ ਗਏ। ਦੂਜਾ ਸਿੱਖ ਹੋਆ ਸੈਣ ਨਾਈ, ਮਤਲਬ ਦੂਜਾ ਸਿੱਖ ਬਣੇ ਉਹਨਾਂ ਪਾਸੋਂ ਗੁਰਦੀਖਿਆ ਲਈ। ਪ੍ਰੇਮ ਭਗਤ ਰਾਤੀ ਕਰੇ, ਭਲਕੇ ਰਾਜ ਦੁਆਰੇ ਜਾਈ। ਪਹਿਲੇ ਪੈਰ ਤੇ ਅਗਲੇ ਪੈਰ, ਰਾਤ ਦਾ ਜਿਹੜਾ ਚੌਥਾ ਪੈਰ, ਉਸ ਪੈਰ ਤੇ ਬੈਠ ਜਾਂਦੇ ਨੇ ਚੌਂਕੜਾ ਮਾਰ ਕੇ, ਜੋ ਵੀ ਆਪਣੀ ਭਗਤੀ ਕਰਦੇ ਨੇ, ਬਾਣੀ ਪੜ੍ਹਦੇ ਨੇ, ਫਿਰ ਆਪਣਾ ਜੋ ਵੀ ਦਿਨ ਚੜੇ ਕਾਰਜ ਕਰਦੇ ਨੇ। ਇਸੇ ਤਰ੍ਹਾਂ ਇੱਕ ਦਿਨ ਸਾਰੀ ਮੰਡਲੀ ਬੈਠ ਕੇ ਇਕੱਠੇ ਹੋ ਕੇ ਮਹਾਂਪੁਰਸ਼ਾਂ ਦੇ ਨਾਲ, ਸੰਤ ਬਾਬਾ ਕਰਮ ਸਿੰਘ ਜੀ ਦੇ ਨਾਲ, ਸਾਰਿਆਂ ਨੇ ਕੀਰਤਨ ਕੀਤਾ। ਆਏ ਸੰਤ ਪ੍ਰਾਹੁਣੇ, ਭੋਜਨ ਛਕਾਇਆ, ਫਿਰ ਹਰੀ ਜਸ ਕੀਰਤਨ ਸ਼ੁਰੂ ਕਰ ਦਿੱਤਾ। ਆਏ ਸੰਤ ਪ੍ਰਾਹੁਣੇ, ਫਿਰ ਕੀ ਹੋਇਆ ਕੀਰਤਨ ਰਹਿਣ ਸਬਾਈ।
प्यारे जी संत परोने आ गए, प्यारे जी संत परोने आ गए। प्यारे जी संत परोने आ गए, प्यारे जी संत परोने आ गए। कीर्तन रैन सबाई, हो कीर्तन रैन सबाई, हो कीर्तन रैन सबाई, हो कीर्तन रैन सबाई। प्यारे जी संत परोने आ गए। साध संगत एवं कथा कीर्तन का प्रवाह शुरू हो गया। संगतां दे भावें रोजाना ही महापुरखों के हाजरी भरते संस्थानों के उचेचे तौर पर महापुरखों ने दूर दूर संदेश भेज दिते। संगतां ने बहुती गिनती के आके लाभ उठाना शुरू कर दिता। कई दिन गुजर गए, इस तरह उन्होंने महापुरखों तो छुट्टियां बख्शियां कि जाके उत्थे असीं अपने अपने आसन मल लीए, बाद विच फिर बहुत भीड़ हो जाऊगी, डेरा करना भी बहुत मुश्किल हो जाता है। संत बाबा करम सिंह जी महाराज कहन लगे, महापुरखो देखो इत्थे कितनियां संतां रोजाना लाभ उठा रही हैं, इत्थे रोज अमृत की गंगा वग रही है, संगतां गोते ला रही ने शब्द बाणी दे विच। कुछ दिन होर दर्शन दिओ। खैर उन्होंने महापुरखों ने वचन मान लिया, रुक गए। कथा कीर्तन का प्रवाह फिर उस तरह ही जारी रहा। कुछ क दिन गुजरे, फिर काले पैन लग पे कि महाराज हुण सानूं छुट्टियां बख्शो, असी जाइए जाके अपने अपने ठिकाने मल लीए। संत बाबा करम सिंह जी महाराज कहने लगे कि महापुरखो इत्थे ते रोज प्रेमा भगती, परमेश्वर की प्रेमा भगती उन्होंने विचारा होंदियां ने, फिर शुभ कर्मां विच शुभ कर्मां नूं अपनाउण लई प्रेरिया जाता है। उस अकाल पुरख वाहिगुरू की कथा है। मान लो कि ये गंगा ही वग रही है, ब्रह्म दी विचारां हो रही ने, मानो ये सरस्वती का प्रवाह चल रहा है। इत्थे त्रिवैणी तीर्थां का संगम बनया हुआ है, किवें संगतां लाभ उठा रही ने। अजे कुछ दिन होर दर्शन दिओ। फिर भावें काले पै रहे ने, फिर भी महापुरखों का बचन ना मोड़ सके। फिर रुक गए, 2-4 दिन गुजरे, फिर काले पैन लग पे। अखीर संत बाबा करम सिंह जी महाराज कहने लगे, महापुरखो वे क्यों उतावले हो रहे हो कि इस बार तो हो सकता कुंभ का मेला लगे ही ना। कई बार सहज साध संगत महापुरखों के बचन हो जाते, किसी तो बचन हो जाते हैं, जिन्होंने तो उन्होंने प्रतीत सी वो तो रुक गए। पर कई ने छुट्टियां लईयां तो चल पे, स्टेशन ते पहुंचे, गड्डी सवार होए। गड्डी 2-4 स्टेशन अगे ही गई, सारे स्टेशन ते ही टैलीग्राम आ गए कि हरिद्वार हैजा फैल गया है जी। जिन्ने भी लोग आ रहे हैं कुंभ के इशनान वास्ते, भावें कोई रेल गड्डियां सवार होकर, भावें बैल गड्डियां भावें कोई पैदल, भावें बसां दे विच, किसी भी साधन नाल, किसी साधन द्वारा आ रहे हैं, सबनों उत्थों ही वापस मोड़ दिता जाए, क्योंकि हरिद्वार कोई ना पहुंचे इत्थे भारी नुकसान हो सकता है। हरिद्वार शाही फरमान सी, सरकारी फरमान सी, कोई मना नहीं सी कर सकता। हुण सबनां नूं वापस भेजिया गया। उन्होंने महापुरखों नूं पश्चाताप होने लगे कि असीं महापुरखों की बचनां की उलंघना भी की। गल तो उही हुई
कुंभ का मेला भरना ही नहीं। खैर सोचा चलो हुण वापस चलीए महापुरखों के पास कि उत्थे जाके लाभ उठाइए। वापस आ गए। हुण तक इत्थे डेरे भी खबर पहुँच गई। बाकी साधुओं ने पता लग गया कि इस करके उत्थे हैजा फैल गया है, सरकार ने वो मेला रोक दिता है, वर्ज दिता है। जदों इन्होंने साथी वापस आ गए मखौल करन लगे कि जी बड़ी जल्दी गंगा का इशनान कर रहे हो। फिर बड़े शर्मिंदे हुए। फिर संत बाबा करम सिंह जी महाराज जी ने फिर उन्होंने बड़ा सत्कार किया, उन्होंने बिठाया, उन्हें प्रशादा पानी छकाया। कहने लगे कोई गल नहीं, हले ज़्यादा दूर नहीं सी गए। फिर कथा कीर्तन का प्रवाह उस तरह ही शुरू कर दिता, उस तरह ही चलता रहा। साध संगत जिहड़ा कुंभ का मेला होंदा है उहदे विच एक वड्डा दिन होंदा है इशनान का। वो दिन आया, बड़े महापुरख बड़े निराश ने कि इस साल साडे तो नहीं जाया गया है, इस कारण करके पता नहीं अगली बार किहदा शरीर होना किहदा नहीं। फिर संत बाबा करम सिंह जी ने उन्होंने दी उदासी जान ली, देखा तो क्या महापुरखो चलो बाहर चलीए, ਆਪਾਂ नदी ते तुहानूं सैर करवा लीए। शाम का समा है, कहन लगे कि उत्थे ही आप श्री रहरास साहब का पाठ करके फिर वापस आवांगे। उत्थे पहला टहलते रहे, फिर श्री रहरास साहब जी का पाठ किया, समा हो गया, पाठ किया। फिर उत्थों जो वापस परतन लगे हैं तो संत जी कहने लगे इत्थे बैठ के आप कीर्तन करिए, क्योंकि दरिया के कंढे नहर के कंढे बैठ के कीर्तन करने का आनंद ही कुछ अलग है। उत्थे बैठ के कीर्तन किया, सेवादार नूं कह के साज मंगवाए, कीर्तन शुरू किया। कीर्तन किया, कितनी देर कीर्तन करते रहे। तो संत जी महाराज उन्होंने साधुओं को कहने लगे कि महापुरखो जे तुसीं उदास हो ना कि असीं कुंभ दे मेले च हाज़री भर नहीं सके, तो आ देखो गुरबाणी का जिहड़ा प्रवाह चल रहा, गुरबाणी की गंगा वग रही है, इहदे विच इशनान करो। तुहाडे लई गंगा इत्थे ही आ गई है, शब्द रूप दे विच, कीर्तन दे रूप दे विच, तुहाडे चरण परसन वास्ते। करो इशनान इस बाणी दे विच, इस कीर्तन दे विच। सारे साधु बड़े खुश है, कीर्तन दे विच पूरा झूम रहे, इशनान कर रहे ने कीर्तन दे विच। जो सारे तृप्त हो गए, सब खुश हो गए कि सारे कहने लगे कि इन्ना आनंद कदे गंगा दे विच इशनान करके नहीं आया जिन्ना अज कीर्तन करके आया। तो साध संगत फिर सारे इस तरह ही चले गए डेरे, वापस डेरे आ गए। तो साध संगत अजे भी कई साधुओं नूं प्रतीत नहीं है कि भी शायद ये किवें हो सकता कि असीं इन्ना आनंद आया सानूं। तो उन्होंने फिर इस तरह ही किया। अगले दिन फिर गए, फिर अमृत वेले गए, उत्थे जाके फिर उन्होंने इस तरह ही कीर्तन किया, फिर गुरबाणी का आनंद लिया। संगतां होर भी आईयां बैठियां, उन्होंने आनंद लिया। खैर साध संगत ध्यान दिओ, ये तीर्थां दे भवानी देवता तो आप ही महापुरखां दे चरण धूड़ नूं मस्तक ते लाउण वास्ते तरसदे ने। किलबिख मैल भरे परे हमरे विच हमरी मैल साधु की धूर गवाई। साहिब गुरु अर्जन देव जी महाराज सिखां नूं बेनती कीती कि सनातन ख्यालों वाले माघ महीने दे विच तीर्थां दा इशनान करके बहुत वड्डा पुण्य मानते हैं, तो आप कृपा करो कि किहड़े तीर्थ का इशनान करिए। तो साहिब गुरु अर्जन देव जी महाराज कहने लगे गुरसिखो कि तुसी करो साध संगत दे चरनां च धूड़ी दी इशनान, जिस दे भवानी देवता भी लोच रहे ने। माघ मजन संग साधुआं धूड़ी कर इशनान, धूड़ी कर इशनान मिल के साधुआं, धूड़ी कर इशनान मिल के साधुआं।
ਸਾਧ ਸੰਗਤ ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਜੋ ਕੁਝ ਸਾਧ ਸੰਗਤ ਦੇ ਵਿੱਚੋਂ ਮਿਲਦਾ ਹੈ, ਉੱਥੋਂ ਕੀ ਮਿਲਦਾ ਹੈ? ਜਿਸ ਵਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ। ਉਹ ਦਾਤ ਮਿਲਦੀ ਹੈ ਜਿਹਦਾ ਪ੍ਰਾਪਤ ਕਰਨ ਵਾਸਤੇ, ਜਿਸ ਨੂੰ ਪ੍ਰਾਪਤ ਕਰਨ ਵਾਸਤੇ ਸੰਸਾਰ ਤੇ ਆਇਆ, ਜਿਸ ਨੂੰ ਖੱਟਣ ਵਾਸਤੇ ਸੰਸਾਰ ਤੇ ਆਇਆ। ਉਹ ਕੀ? ਪਰਮਾਤਮਾ ਦਾ ਨਾਮ। ਉਸ ਅਕਾਲ ਪੁਰਖ ਵਾਹਿਗੁਰੂ ਤੋਂ ਦਾਤ, ਉਸ ਅਕਾਲ ਪੁਰਖ ਵਾਹਿਗੁਰੂ ਦੀ ਦਾਤ ਮਿਲਦੀ ਸੰਗਤ ਦੇ ਵਿੱਚ, ਸੰਗਤ ਕਰਕੇ। ਰੋਜ਼ ਦੀ ਕਮਾਈ ਕਰੀਏ, ਹਰ ਕਾ ਨਾਮ ਧਿਆਏ ਸੁਣ। ਉਸ ਪਰਮਾਤਮਾ ਨੂੰ ਧਿਆਓ, ਸੁਣੋ, ਉਸ ਦਾ ਸਿਮਰਨ ਕਰੋ। ਆਪਣਾ ਹਿਰਦਾ ਰੂਪੀ ਖਜ਼ਾਨਾ ਨਾਮ ਰੂਪੀ ਖਜ਼ਾਨਾ ਭਰ ਲਓ, ਜਿਹੜਾ ਮਿਲਦਾ ਹੈ ਸਾਧ ਸੰਗਤ ਦੇ ਵਿੱਚ। ਜਦੋਂ ਉਹ ਭਾਂਡਾ ਭਰ ਜਾਏ ਤੇ ਫਿਰ ਅੱਗੇ ਦਾਤ ਵੰਡਣੀ ਸ਼ੁਰੂ ਕਰੀਏ। ਹਰ ਕਾ ਨਾਮ ਧਿਆਏ ਸੁਣ, ਫਿਰ ਸਭਨਾਂ ਨੂੰ ਕਰ ਦਾਨ, ਫਿਰ ਅੱਗੇ ਦਾਨ ਕਰੀਏ। ਕਿਤੇ ਐਸਾ ਨਾ ਹੋਵੇ ਆਪਣਾ ਭਾਂਡਾ ਸਖਣਾ ਹੀ ਹੋਵੇ ਔਰ ਦੂਸਰਿਆਂ ਨੂੰ ਵੰਡਣ ਦਾ ਅਡੰਬਰ ਸ਼ੁਰੂ ਕਰ ਲਈਏ। ਉਹ ਅੱਗੇ ਫਲੀਭੂਤ ਨਹੀਂ ਹੁੰਦਾ ਕਿਸੇ ਦਾ। ਆਪਣਾ ਬੈਂਕ ਬੈਲੈਂਸ ਹੋਵੇ ਜ਼ੀਰੋ, ਉਹਦੇ ਵਿੱਚੋਂ ਹਜ਼ਾਰਾਂ ਦੇ ਲੱਖਾਂ ਦੇ ਚੈੱਕ ਕੱਟ ਕੇ ਦੂਸਰਿਆਂ ਨੂੰ ਦੇਣੇ ਸ਼ੁਰੂ ਕਰ ਦਈਏ। ਦੱਸੋ ਕੀ ਹੋਵੇਗਾ? ਉਹ ਚੈੱਕ ਬਾਉਂਸ ਹੋ ਜਾਏਗਾ। ਇਹ ਕਾਨੂੰਨ ਦੀ ਦ੍ਰਿਸ਼ਟੀ ਦੇ ਵਿੱਚ ਇੱਕ ਕ੍ਰਾਈਮ ਹੈ, ਇੱਕ ਅਪਰਾਧ ਹੈ। ਫਿਰ ਸਿੱਧਾ ਜੇਲ੍ਹ ਹੀ ਜਾਣਾ ਪਵੇਗਾ। ਹਿਰਦਾ ਰੂਪੀ ਭਾਂਡਾ ਜੇ ਸਖਣਾ ਹੈ, ਫਿਰ ਨਾਮਦਾਨ ਕਿਸੇ ਨੂੰ ਨਹੀਂ ਵੰਡਿਆ ਜਾ ਸਕਦਾ। ਪਹਿਲਾਂ ਆਪਣਾ ਹਿਰਦਾ ਰੂਪੀ ਖਜ਼ਾਨਾ ਹੈ, ਇਸ ਨਾਮ ਰੂਪੀ ਮੁੱਲ ਧਨ ਦੇ ਨਾਲ ਲਪਾ ਲਪ ਕਰਨਾ ਪੈਂਦਾ। ਤੇ ਸਾਧ ਸੰਗਤ ਗੁਰਮੁਖਾਂ ਦੇ ਜਦੋਂ ਆਪਣੇ ਇਹ ਹਿਰਦੇ ਰੂਪੀ ਬਰਤਨ ਲਪਾ ਲਪ ਭਰ ਜਾਂਦੇ ਨਾ, ਭਾਗ ਠੜੇ ਹਰ ਸੰਤ ਤੁਮਾਰੇ, ਜਿਨ੍ਹਾਂ ਦੇ ਅੰਤਿਸ਼ਕਰਨ ਰੂਪੀ ਮਨ ਦੇ ਵਿੱਚ ਜਿਨ ਘਰ ਧਨ ਹਰ ਨਾਮਾ। ਇਹ ਨਾਮ ਰੂਪੀ ਧਨ ਲਪਾ ਲਪ ਭਰਿਆ ਹੁੰਦਾ ਹੈ। ਭਰ ਜੇ ਫਿਰ ਵੀ ਜਪਦੇ ਰਹਿੰਦੇ ਨੇ। ਫਿਰ ਕੀ ਹੁੰਦਾ ਜਦੋਂ ਜ਼ਿਆਦਾ ਭਰ ਜੇ? ਕਿਸੇ ਬਰਤਨ ਦੇ ਵਿੱਚ ਦੁੱਧ ਪਿਆ ਹੋਵੇ, ਉਹਦੇ 'ਚ ਹੋਰ ਦੁੱਧ ਪਾਉਣਾ ਸ਼ੁਰੂ ਕਰ ਦਈਏ, ਤੇ ਫਿਰ ਬਰਤਨ ਉਛਲਣਾ ਸ਼ੁਰੂ ਹੋ ਜਾਂਦਾ। ਉਹਦੇ ਵਿੱਚੋਂ ਨਿਕਲਦਾ ਕੀ ਹੈ? ਜੋ ਪਾਵੇ ਭਾਂਡੇ ਵਿੱਚ ਵਸਤ ਸਾ ਨਿਕਲੇ, ਕਿਆ ਕੋਈ ਕਰੇ ਵਿਚਾਰਾ। ਜੋ ਕੁਝ ਪਾਇਆ ਜਾਂਦਾ ਹੈ ਉਹ ਬਾਹਰ ਆਉਂਦਾ, ਕੁਦਰਤੀ ਗੱਲ ਹੈ। ਫਿਰ ਸਾਧ ਸੰਗਤ ਆਪਣਾ ਹਿਰਦਾ ਰੂਪੀ ਖਜ਼ਾਨਾ ਭਰ ਗਿਆ ਨਾਮ ਰੂਪੀ ਅਮੋਲਕ ਧਨ ਦੇ ਨਾਲ। ਪਰ ਗੁਰਮੁਖ ਫਿਰ ਵੀ ਜਪਦੇ ਰਹੇ ਜੀਵਨ ਮੁਕਤੀ ਦਾ ਆਨੰਦ ਮਾਣਨ ਵਾਸਤੇ। ਫਿਰ ਜਦੋਂ ਜਪਦੇ ਰਹੇ ਹੋ, ਭਾਂਡਾ ਉਛਲਣਾ ਸ਼ੁਰੂ ਹੋ ਗਿਆ। ਫਿਰ ਅੱਗੇ ਉਹ ਹੋਰਨਾਂ ਨੂੰ ਵੀ ਸੇਧ ਦਿੰਦੇ ਨੇ, ਹੋਰਨਾਂ ਨੂੰ ਵੀ ਸਿਮਰਨ ਅਭਿਆਸ ਦੀਆਂ ਜੁਗਤੀਆਂ ਦੱਸਦੇ ਨੇ, ਜਿਵੇਂ ਉਹਨਾਂ ਨੇ ਆਪ ਜਪਿਆ। ਹਰ ਕਾ ਨਾਮ ਧਿਆਏ ਸੁਣ, ਸਭਨਾਂ ਨੂੰ ਕਰਦਾ। ਗੁਰਸਿੱਖੋ, ਇਹ ਸਾਧ ਸੰਗਤ ਰੂਪੀ ਤੀਰਥ ਤੇ ਜਾ ਕੇ ਜੋ ਕੁਝ ਵੀ ਪ੍ਰਾਪਤ ਹੋਵੇ, ਪਹਿਲਾਂ ਉਸ ਨੂੰ ਆਪਣੇ ਹਿਰਦੇ ਰੂਪੀ ਅੰਤਿਸ਼ਕਰਨ ਦੇ ਵਿੱਚ ਭਾਂਡੇ ਵਿੱਚ ਜਮ੍ਹਾਂ ਕਰ ਲਓ, ਭਰ ਲਓ। ਉਹ ਖਜ਼ਾਨਾ ਜਦੋਂ ਆਪਣਾ ਖਜ਼ਾਨਾ ਭਰ ਜੇ, ਫਿਰ ਇਹ ਦਾਤ ਵੰਡੋ ਦੂਸਰਿਆਂ ਦੇ ਵਿੱਚ। ਕਬੀਰ ਸੇਵਾ ਕੋ ਦੋਏ ਭਲੇ, ਏਕ ਸੰਤ ਏਕ ਰਾਮ। ਰਾਮ ਜੋ ਦਾਤਾ ਮੁਕਤ ਕੋ, ਸੰਤ ਜਪਾਵੇ ਨਾਮ। ਪਿਆਰੇ ਸੰਤ ਜਪਾਉਂਦੇ ਤੇਰਾ ਨਾਮ, ਰਾਮ ਦਾਤਾ ਮੁਕਤੀ ਦਾ। ਪਿਆਰੇ ਸੰਤ ਜਪਾਉਂਦੇ ਤੇਰਾ ਨਾਮ, ਨਾਮ ਦਾਤਾ ਮੁਕਤੀ ਦਾ। ਰਾਮ ਦਾਤਾ ਮੇਰੇ ਪਿਆਰੇ ਜੀ, ਰਾਮ ਦਾਤਾ ਮੁਕਤੀ ਦਾ। ਵਾਹ ਵਾਹ
ਤੇ ਸਾਧ ਸੰਗਤ ਫਿਰ ਉਹਨਾਂ ਦੀ ਸੇਵਾ ਲੱਗੀ ਹੁੰਦੀ ਹੈ ਅਕਾਲ ਪੁਰਖ ਵਾਹਿਗੁਰੂ ਵੱਲੋਂ। ਜਨ ਨਾਨਕ ਧੂਰ ਮੰਗੇ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੇ। ਜਿਹੜੇ ਜਪਦੇ ਨੇ ਔਰ ਦੂਸਰਿਆਂ ਨੂੰ ਜਪਣ ਦੀ ਪ੍ਰੇਰਨਾ ਦਿੰਦੇ ਨੇ, ਸਤਿਗੁਰੂ ਜੀ ਉਹਨਾਂ ਦੀ ਵਡਿਆਈ ਕਰਦੇ ਨੇ। ਉਹਨਾਂ ਨੂੰ ਆਗਿਆ ਹੈ ਸਤਿਗੁਰੂ ਜੀ ਦੇ ਅਕਾਲ ਪੁਰਖ ਵਾਹਿਗੁਰੂ ਦੀ, ਸਾਜਨ ਸੰਤ ਕਰੋ ਇਹ ਕਾਮ ਕਿਹੜਾ, ਆਨ ਤਿਆਗ ਜਪੋ ਹਰ ਨਾਮ। ਆਪ ਵੀ ਜਪੋ, ਸਿਮਰ 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 ਸੁਖ ਪਾਵੋ, ਪਰਮਾਨੰਦ ਸੁਖ ਮਾਨੋ। ਸਿਮਰਨ ਦੀ ਬਰਕਤਾਂ ਹਾਸਲ ਕਰੋ। ਸਿਮਰੋ ਸਿਮਰੋ ਸਿਮਰ ਸੁਖ ਪਾਵੋ, ਸਾਥ ਸਾਥ ਸੰਭਾਲੇ ਇਹ ਲੋਕ ਪਰਲੋਕ ਸੰਗ ਸਹਾਈ, ਜਤ ਕਤ ਮੋਹਿ ਰਖਵਾਲੇ। ਗੁਰ ਕਾ ਬਚਨ ਬਸੈ ਜਿය ਨਾਲੇ, ਜਲ ਨਹੀਂ ਡੋਬੈ ਤਸਕਰ ਨਹੀਂ ਲੇਵੈ, ਪਾਹੇ ਨਾ ਸਾਕੇ ਜਾਲੇ। ਕੋਈ ਡੋਬ ਨਹੀਂ ਸਕਦਾ, ਅੱਗ ਸਾੜ ਨਹੀਂ ਸਕਦੀ, ਚੋਰ ਇਸ ਨੂੰ ਖੋ ਨਹੀਂ ਸਕਦਾ। ਇਹ ਨਾਮ ਰੂਪੀ ਅਮੋਲਕ ਧਨ ਜਿਸ ਨੂੰ ਸੰਗਤ ਕਰਦੇ ਰਹੋ, ਇਕੱਠਾ ਕਰਦੇ ਰਹੋ ਆਪਣੇ ਅੰਦਰ, ਸਿਮਰ ਸਿਮਰ ਕੇ ਜਪ ਕੇ ਅਭਿਆਸ ਕਰਕੇ ਆਪ ਵੀ ਜੀਵਨ ਮੁਕਤੀ ਦਾ ਆਨੰਦ ਮਾਣੋ। ਸਿਮਰ 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 ਸੁਖ ਪਾਵੋ, ਆਪ ਜਪੋ ਅਵਰਹ ਨਾਮ ਜਪਾਓ। ਫਿਰ ਦੂਸਰਿਆਂ ਨੂੰ ਵੀ ਜਪਣ ਦੀ ਪ੍ਰੇਰਨਾ ਦਿਓ, ਉਹਨਾਂ ਨੂੰ ਵੀ ਜਪਣ ਦੀ ਨਸੀਹਤ ਦਿਓ। ਹਰ ਕਾ ਨਾਮ ਧਿਆਏ ਸੁਣ, ਸਭਨਾ ਨੋ ਕਰ ਦਾਨ। ਇਹ ਨਾਮ ਦਾਨ ਅੱਗੇ ਵੰਡੋ ਵੀ। ਜਨਮ ਕਰਨ ਕਰਮ ਮਲ ਉਤਰੈ, ਇਹਦਾ ਫਲ ਕੀ ਪ੍ਰਾਪਤ ਹੋਵੇਗਾ? ਜਿਹੜੀ ਮਨ ਨੂੰ ਜਨਮਾਂ ਜਨਮਾਂਤਰਾਂ ਦੀ ਕਈ ਸਾਲਾਂ ਦੀ ਦਿਨਾਂ ਦੀ ਮੈਲ ਲੱਗੀ ਹੋਈ ਹੈ ਮਾੜੇ ਕਰਮ ਕਰਕੇ, ਇਹ ਮੈਲ ਉਤਰ ਜਾਏਗੀ। ਭਰੀਏ ਮਤ ਪਾਪਾ ਕੇ ਸੰਗ, ਉਹ ਧੋਵੈ ਨਾਵੇਂ ਕੇ ਰੰਗ। ਪਰਮਾਤਮਾ ਦਾ ਘੋਰ ਦੁਖਿੰ ਅਨਿਕ ਹਤਿੰ, ਜਨਮ ਦਾਰਿਦ੍ਰੰ ਮਹਾ ਬਿਖਾਦੰ, ਮਿਟਨ ਸਗਲ ਸਿਮਰੰਤ ਹਰ ਨਾਮ, ਨਾਨਕ ਜੈਸੇ ਪਾਵਕ ਕਾਸ਼ਟ ਪਸਮੰ ਕਰੋਧ। ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਕਿ ਜਿਸ ਤਰ੍ਹਾਂ ਕਰੋੜਾਂ ਮਲ ਲੱਕੜਾਂ ਪਈਆਂ ਹਨ, ਉਹਨਾਂ ਨੂੰ ਅੱਗ ਲਾਉਣ ਲਈ ਇੱਕੋ ਚੰਗਿਆੜੀ ਹੀ ਲੋੜ ਹੈ, ਇਸੇ ਤਰ੍ਹਾਂ ਹੀ ਪਰਮੇਸ਼ਰ ਦਾ ਨਾਮ ਕਰੋੜਾਂ ਪਾਪਾਂ ਨੂੰ ਖਤਮ ਕਰਨ ਲਈ ਬਹੁਤ ਹੈ। ਇੱਕ ਛਿਣ ਦਾ ਨਾਮ ਜਪਿਆ ਹੋਵੇ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆ, ਉਹ ਜਨਮਾਂ ਜਨਮਾਂਤਰਾਂ ਦੀ ਮੈਲ। ਜਨਮ ਕਰਨ ਮਲ ਉਤਰੈ, ਇਹ ਮੈਲ ਉਤਰ ਜਾਏਗੀ ਪਰਮਾਤਮਾ ਦਾ ਨਾਮ ਜਪ ਕੇ, ਔਰ ਹੋਰ ਵੀ ਵਿਕਾਰਾਂ ਤੋਂ ਵੀ ਛੁਟਕਾਰਾ ਹੋ ਜਾਏਗਾ। ਮਨ ਤੇ ਜਾਏ ਗੁਮਾਨ, ਮਨ ਦਾ ਗੁਮਾਨ। ਤੇ ਸਾਧ ਸੰਗਤ ਇੱਕ ਨਾਮ ਹੈ, ਇੱਕ ਗੁਮਾਨ ਹੈ। ਹਿਰਦੇ ਅੰਦਰ ਜਦ ਨਾਮ ਰਹੇਗਾ ਜਾਂ ਗੁਮਾਨ ਰਹੇਗਾ। ਜੇ ਅੰਦਰ ਨਾਮ ਹੈ ਤੇ ਗੁਮਾਨ ਵਾਸਤੇ ਕੋਈ ਥਾਂ ਨਹੀਂ, ਔਰ ਜੇ ਗੁਮਾਨ ਹੈ ਉੱਥੇ ਨਾਮ ਨਹੀਂ ਕਦੇ ਵਸ ਸਕਦਾ, ਟਿਕ ਨਹੀਂ ਸਕਦਾ। ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਇ ਨਾ ਵਸੈ ਇਕ ਠਾਇ। ਮਨ ਦਾ ਗੁਮਾਨ, ਮਨ ਦਾ ਹੰਕਾਰ ਦੂਰ ਹੋਵੇਗਾ। ਜੈਸਾ ਸਤਿਗੁਰ ਸੁਨੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮਿਲੇ ਪ੍ਰਭੂ ਹਰ ਦਰਗਹਿ ਕਾ ਵਸੀਠ। ਫਿਰ ਗੁਰੂ ਕੀ ਕਰਦਾ ਹੈ? ਹਰ ਨਾਮੋ ਮੰਤਰ ਦ੍ਰਿੜਾਏ ਦਾ, ਉਹ ਨਾਮ ਰੂਪੀ ਮੰਤਰ ਦ੍ਰਿੜਾਉਂਦਾ ਹੈ, ਨਾਮ ਦੀ ਬਖਸ਼ਿਸ਼ ਕਰਦਾ ਹੈ, ਨਾਮ ਦਾ ਦਾਤਾ ਹੈ। ਫਿਰ ਨਾਮ ਨੂੰ ਜਪ ਕੇ ਕੀ ਹੁੰਦਾ ਹੈ? ਪਰਮਾਤਮਾ ਦਾ ਨਾਮ ਕੱਟਿਆ ਹਉਮੈ ਰੋਗ। ਉਹ ਹਉਮੈ ਦਾ ਜਿਹੜਾ ਸਭ ਤੋਂ ਵੱਡਾ ਰੋਗ ਹੈ ਨਾ, ਮਨ ਦੀ ਸਭ ਤੋਂ ਖਤਰਨਾਕ ਬਿਮਾਰੀ, ਹਉਮੈ ਇਹ ਜਾਤ ਹੈ। ਹਉਮੈ ਕਰਮ ਕਮਾਏ, ਹਉਮੈ ਇਹੀ ਬੰਧਨਾ, ਫਿਰ ਜੋਨੀ ਪਾਏ। ਹਉਮੈ ਕਿੱਥੋਂ ਉਪਜੈ, ਕਿਤ ਸੰਜਮ ਇਹ ਜਾਏ। ਹਉਮੈ ਇਹੋ ਹੁਕਮ ਹੈ, ਪਏ ਕਿਰਤ ਫਿਰਾਹੇ। ਹਉਮੈ ਦੀਰਘ ਰੋਗ ਹੈ, दारू पी इस माए। कृपा करे जे अपनी, ता गुर का शब्द कमाहे। नानक है सुनो जुनो, इत संजम दुख जाए। शब्द गुरां दा हौमे वाली दारू, शब्द गुरां दा हौमे वाली दारू। शब्द गुरां दा हौमे वाली दारू।
ਤੇ ਸਾਧ ਸੰਗਤ ਜਨਮ ਕਰਨ ਮਲ ਉਤਰੈ ਮਨ ਤੇ ਜਾਏ ਗੁਮਾਨ। ਫਿਰ ਬਾਕੀ ਵਿਕਾਰ ਨੇ ਜਿਹੜੇ, ਉਹਨਾਂ ਤੋਂ ਵੀ ਛੁਟਕਾਰਾ ਪ੍ਰਾਪਤ ਹੁੰਦਾ ਹੈ। ਕਾਮ ਕ੍ਰੋਧ ਨ ਮੋਹੀਐ ਬਿਨ ਸਹਿਬ ਲੋਭ ਸੁਆਨ। ਜੋ ਸੱਚਾਈ ਦਾ ਧਰਮ ਦਾ ਮਾਰਗ ਅਖਤਿਆਰ ਕਰ ਲਿਆ, ਸੱਚਾ ਮਾਰਗ ਚੱਲਦੇ ਆ, ਸੰਸਾਰ ਤੇ ਸ਼ੋਭਾ ਵੀ ਹੁੰਦੀ ਹੈ। ਉਸਤਤ ਕਰੇ ਜਹਾਨ। ਕਾਮ ਕ੍ਰੋਧ ਦਾ ਤਿਆਗ ਕਰਕੇ ਦਇਆ ਨੂੰ ਧਾਰਨ ਕਰਨੀ, ਫਿਰ ਹੋਰ ਕਿਸੇ ਤੀਰਥ ਦੇ ਇਸ਼ਨਾਨ ਦੀ ਲੋੜ ਹੀ ਨਹੀਂ। ਫਿਰ ਸ਼ੁਭ ਗੁਣ ਧਾਰਨ ਕਰਕੇ ਫਿਰ 68 ਤੀਰਥਾਂ ਦਾ ਫਲ ਪ੍ਰਾਪਤ ਹੁੰਦਾ ਹੈ। 68 ਤੀਰਥ ਸਗਲ ਪੁੰਨ ਜੀਏ ਦਇਆ ਪ੍ਰਵਾਨ। ਜਿਸ ਦੇ ਉੱਪਰ ਪਰਮਾਤਮਾ ਬਖਸ਼ਿਸ਼ ਕਰ ਦੇਵੇ, ਜਿਸ ਨੂੰ ਦੇਵੇ ਦਇਆ ਕਰ, ਉਹਦੀ ਫਿਰ ਗਿਣਤੀ ਹੁੰਦੀ ਸਮਝਦਾਰ ਸਿਆਣੇ ਦੇ ਵਿੱਚ। ਸੋਈ ਪੁਰਖ ਸੁਜਾਨ। ਜਿਹੜੇ ਇਸ ਮਾਰਗ ਦੇ ਉੱਪਰ ਚੱਲਦੇ ਚੱਲਦੇ ਉਸ ਵਾਹਿਗੁਰੂ ਦੀ ਮੰਜ਼ਿਲ ਤੱਕ ਪਹੁੰਚ ਜਾਣ, ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਮਿਲਾਪ ਹੋ ਜਾਵੇ। ਜਿੰਨਾ ਮਿਲਿਆ ਪ੍ਰਭ ਆਪਣਾ। ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰ ਰਹੇ ਨੇ ਕਿ ਮੈਂ ਉਹਨਾਂ ਤੋਂ ਸੱਦ ਕੇ ਜਾਂਦਾ ਹਾਂ, ਨਾਨਕ ਤਿੰਨ ਕੁਰਬਾਨ। ਮਾਗ ਸੁੱਚੇ ਸੇ ਕਾਂਢੀਐ। ਜਿਨ੍ਹਾਂ ਦੇ ਉੱਪਰ ਗੁਰੂ ਤਰੁੱਠ ਪਵੇ, ਰਹਿਮਤ ਦੇ ਘਰ ਵਿੱਚ ਆ ਜਾਵੇ, ਇਹ ਦਾਤ ਬਖਸ਼ ਦੇਵੇ ਆਪਣੇ ਮਿਲਾਪ ਦੀ। ਮਾਗ ਸੁੱਚੇ ਸੇ ਕਾਂਢੀਐ ਤਿਨ ਪੂਰਾ ਗੁਰ ਮਿਹਰਬਾਨ। ਆਓ ਸਾਧ ਸੰਗਤ, ਆਪਾਂ ਨੇ ਮਾਘ ਮਹੀਨੇ ਦੁਆਰਾ ਇਹ ਪਵਿੱਤਰ ਉਪਦੇਸ਼ ਦ੍ਰਿੜ ਕਰਵਾਇਆ। ਧੰਨ ਧੰਨ ਸ਼੍ਰੀ ਗੁਰੂ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੱਜ ਦੇ ਦਿਨ ਉਸ ਪਵਿੱਤਰ ਧਰਤੀ ਮੁਕਤਸਰ ਵਿਖੇ ਸੱਚੇ ਪਾਤਸ਼ਾਹ ਮਹਾਰਾਜ ਜੀ ਟੁੱਟੀ ਗੰਢਨਹਾਰ ਗੋਪਾਲ ਦੇ ਮਹਾਵਾਕਾਂ ਅਨੁਸਾਰ ਭਾਈ ਮਹਾ ਸਿੰਘ ਦਾ ਬਿਦਾਵਾ ਪਾੜਿਆ ਸੀ। ਆਓ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰੀ, ਜੇ ਕਿਤੇ ਤਰੁੱਠ ਪੈਣ ਕਿ ਸਾਡੇ ਵੀ ਟੁੱਟੀਆਂ ਗੰਢ ਲੈਣ। ਟੁੱਟੀ ਗੰਢ ਲੈ ਬਾਜਾ ਵਾਲਿਆ ਗੁਰਾ, ਟੁੱਟੀ ਗੰਢ ਲੈ ਬਾਜਾ ਵਾਲਿਆ ਗੁਰਾ। ਟੁੱਟੀ ਗੰਢ ਲੈ ਬਾਜਾ ਵਾਲਿਆ ਗੁਰਾ, ਟੁੱਟੀ ਗੰਢ ਲੈ ਬਾਜਾ ਵਾਲਿਆ ਗੁਰਾ। ਬਾਜਾ ਵਾਲਿਆ ਗੁਰਾ, ਬਾਜਾ ਵਾਲਿਆ ਗੁਰਾ, ਬਾਜਾ ਵਾਲਿਆ ਗੁਰਾ, ਬਾਜਾ ਵਾਲਿਆ ਗੁਰਾ। ਸਾਧ ਸੰਗਤ, ਉਹਨਾਂ ਦੀ ਸ੍ਰੇਸ਼ਟਾ ਵਿੱਚ ਹੀ ਗੱਲ ਬਣਦੀ ਸੀ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ, ਸਾਰਾ ਪਰਿਵਾਰ, ਹੋਰ ਸੇਜਾਂ ਦੀ ਸੇਜ, ਸੇਜਾਂ ਸੇ ਪੈਣ ਵਾਲੇ ਮਹਾਰਾਜ, ਸਾਰਾ ਕੁਝ ਛੱਡ ਕੇ, ਸਾਰੇ ਤਖਤ ਛੱਡ ਕੇ, ਦੇਖੋ ਉਹਨਾਂ ਨੇ ਆਪਣੀ ਸਿੱਖੀ ਸਾਂਭ ਕੇ ਰੱਖੀ ਤੇ ਇਹਨਾਂ ਬਿਦਾਵੇ ਵਾਲਾ ਇੱਕ ਪਰਚਾ ਸਾਂਭ ਕੇ ਰੱਖਿਆ ਕਿ ਜਦੋਂ ਮਿਲਣਗੇ ਉਦੋਂ ਜ਼ਰੂਰ ਉਹਨਾਂ ਨਾਲ ਇਸ ਬਾਰੇ ਗੱਲਬਾਤ ਹੋਏਗੀ। ਤੇ ਦੇਖੋ ਇੱਕ ਦਿਨ ਸਮਾਂ ਪਿਆ ਪੈਣ ਤੋਂ ਬਾਅਦ ਮਿਲੇ ਮੁਕਤਸਰ ਸਾਹਿਬ, ਜਿਹੜਾ ਆਪ ਜੀ ਨੇ ਸਾਂਭ ਕੇ ਰੱਖਿਆ ਸੀ ਕਾਗਜ਼। ਮਹਾਂ ਸਿੰਘ ਕਹਿਣ ਲੱਗੇ ਕਿਰਪਾ ਕਰੋ ਕਿ ਸੱਚੇ ਪਾਤਸ਼ਾਹ ਇਸ ਨੂੰ ਫਾੜ ਦਿਓ। ਮਹਾਰਾਜ ਕਹਿਣ ਲੱਗੇ ਮਹਾਂ ਸਿੰਘਾ ਦੇਖ ਸਾਡੇ ਕੰਨੀ, ਕਿ ਦੇਖ ਹੋਰ ਪ੍ਰਾਣਾਂ ਤੋਂ ਸਿੰਘ, ਆਪਣੇ ਪੁੱਤਰਾਂ ਤੋਂ ਵੱਧ ਕੇ ਸਿੰਘ।
ਸਾਰੇ ਵਾਰ ਕੇ ਆਏ ਨੇ। ਮਹਾਰਾਜ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ ਸਿੱਖੀ ਤੋਂ ਇਲਾਵਾ। ਇਹ ਨਹੀਂ ਕਿ ਪਿਆਰ ਨਹੀਂ ਸੀ ਕਰਦੇ, ਪਿਆਰ ਤਾਂ ਕਰਦੇ ਸੀ, ਪਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਅਨੁਸਾਰ ਹਰ ਇੱਕ ਇਨਸਾਨ ਨੂੰ ਆਜ਼ਾਦ ਰਹਿਣ ਦਾ ਹੱਕ ਹੈ। ਉਸ ਹੱਕ ਦੇ ਵਿੱਚ ਮਹਾਰਾਜ ਨੇ ਇਨਸਾਨੀਅਤ ਨੂੰ ਜਿਉਂਦਾ ਰੱਖਣ ਲਈ ਆਪਣਾ ਪਰਿਵਾਰ ਸ਼ਹੀਦ ਕਰਾਇਆ, ਆਪਣੇ ਸਿੱਖ ਸ਼ਹੀਦ ਕਰਾਇਆ। ਸੋ ਮਹਾਰਾਜ ਨੇ ਉਹ ਬਿਦਾਵਾ ਪਾੜ ਦਿੱਤਾ। ਆਪਾਂ ਵੀ ਅਰਦਾਸ ਕਰੇ ਕਿ ਮਹਾਰਾਜ ਕਿਰਪਾ ਕਰ ਦੋ, ਸਾਨੂੰ ਭੁੱਲਿਆਂ ਨੂੰ ਬਖਸ਼ ਦਿਓ। बख्श ले हो महाराज हमें अपराधी, बख्श ले हो महाराज हमें अपराधी, हम अपराधी, बख्श ले हो महाराज हमें अपराधी, ਤੇ ਮਹਾਰਾਜ ਨੇ ਫਿਰ ਉਹਨਾਂ 40 ਸਿੰਘ ਤੇ ਹੋਰ ਮਾਤਾ ਭਾਗੋ ਜੀ, ਦੇਖੋ ਸਾਧ ਸੰਗਤ ਕਿਵੇਂ ਜੰਗ ਵਿੱਚ ਜੂਝ ਕੇ ਪ੍ਰਾਣਾ ਤੋਂ ਪਿਆਰੇ ਸਿੰਘ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਜਿੰਨੇ ਵੀ ਸਿੰਘ ਸਨ, ਕਿਸੇ ਨੂੰ 10,000, ਕਿਸੇ ਨੂੰ 20,000, ਕਿਸੇ ਨੂੰ 30,000 ਮਾਣ ਬਖਸ਼ਦੇ ਜਾ ਰਹੇ ਨੇ। ਔਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਉਹਨਾਂ ਸਿੰਘਾਂ ਤੇ ਫਿਰ ਕਿਰਪਾ ਕੀਤੀ। 40 ਸਿੰਘ ਉਹੀ ਹਨ ਮੁਕਤਸਰ ਵਾਲੇ, ਔਰ 40 ਸਿੰਘ ਸਾਧ ਸੰਗਤ ਅਨੰਦਪੁਰ ਸਾਹਿਬ ਵਾਲੇ ਜੋ 10ਵੇਂ ਪਾਤਸ਼ਾਹ ਜੀ ਨੂੰ ਬਿਦਾਵਾ ਲਿਖ ਕੇ ਆਏ, ਉਹੀ 40 ਸਿੰਘ। ਦੇਖੋ ਸਾਧ ਸੰਗਤ ਮਹਾਰਾਜ ਦੀ ਕਿੰਨੀ ਵੱਡੀ ਕਿਰਪਾ ਹੈ। ਜਿੰਨੀ ਦੇਰ ਤੱਕ ਸ਼ਰਧਾ ਨਹੀਂ, ਇਨਸਾਨ ਨੂੰ ਵਿਸ਼ਵਾਸ ਨਹੀਂ ਬਣਦਾ, ਜਿਸ ਦਿਨ ਵਿਸ਼ਵਾਸ ਬਣ ਗਿਆ ਉਦੋਂ ਹੀ ਸਾਰਾ ਕੁਝ ਹੀ ਸਹੀ ਹੋ ਜਾਂਦਾ। ਆਓ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕਿਰਪਾ ਕਰਨ, ਸਾਡੀ ਵੀ ਇਸੇ ਤਰ੍ਹਾਂ ਪਾੜ ਦੇਣ ਲੇਖੇ, ਨਹੀਂ ਤਾਂ ਕਿਸੇ ਦਾ ਵੀ ਛੁਟਕਾਰਾ ਨਹੀਂ ਹੋਣਾ। ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਇਸੇ ਤਰ੍ਹਾਂ ਬੇਨਤੀ ਕਰੋ। ਵਾਹ 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 ਲੇਖਾ ਸਤਿਗੁਰ ਪਾੜ ਦਿੱਤਾ, ਵਾਹ 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 ਲੇਖਾ ਸਤਿਗੁਰ, ਸਤਿਗੁਰ ਪਾੜ ਦਿੱਤਾ।
हो महाराज। सानू बख्श ले हो महाराज, बख्श ले हो महाराज। बख्श ले हो महाराज, बख्श ले हो महाराज। वाह वाह सतगुर लेखा पाड़ दिता, वाह 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 सतगुर लेखा पाड़ दिता। सतगुर लेखा पाड़ दिता, वाह 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 सतगुर लेखा पाड़ दिता। साध संगत आओ हम तो साध संगत देखो, इस तरह ही महाराज ने उन्होंने 40 मुक्तियों का 40 ਸਿੰਘਾਂ ਨੂੰ ਮੁਕਤ ਕੀਤਾ ਉਹਨਾਂ ਲੇਖਾ ਪਾੜ ਕੇ ਕਿ ਹੁਣ ਕੋਈ ਆਪਣਾ ਲੇਖਾ ਜੋਖਾ ਨਹੀਂ, ਸਭ ਆਪਾਂ ਜਿਹੜਾ ਤੁਸੀਂ ਬਦਾਵਾ ਲਿਖਿਆ ਖਤਮ ਕਰ ਦਿੱਤਾ। ਇਸੇ ਤਰ੍ਹਾਂ ਹੀ ਹੁਣ ਆਪਾਂ ਵੀ ਕੋਸ਼ਿਸ਼ ਕਰੀਏ ਕਿ ਆਪਾਂ ਕਿਉਂ ਬਦਾਵੇ ਲਿਖੀ ਫਿਰਦੇ ਹਾਂ। ਅਸੀਂ ਕਿਉਂ ਸਤਿਗੁਰਾਂ ਦੇ ਉਸ ਕਿਤੇ ਉਪਕਾਰਾਂ ਨੂੰ ਭੁੱਲੇ ਬੈਠੇ ਹਾਂ। ਅਸੀਂ ਵੀ ਕੋਸ਼ਿਸ਼ ਕਰੀਏ ਕਿ ਉਹਨਾਂ ਸਤਿਗੁਰਾਂ ਦੇ ਉਪਕਾਰਾਂ ਨੂੰ ਅਪਣਾਈਏ ਤਾਂ ਜੋ ਕਿ ਸਾਡੀ ਵੀ ਜ਼ਿੰਦਗੀ ਸਫਲਾ ਹੋ ਸਕੇ। ਅੰਮ੍ਰਿਤ ਛਕੀਏ, ਬਾਣੀ ਪੜ੍ਹੀਏ, ਬਾਣੇ ਨਾਲ ਜੁੜੀਏ, ਬਾਣਾ ਧਾਰਨ ਕਰੀਏ, ਬਾਣੀ ਨਾਲ ਜੁੜੀਏ। ਜਿਵੇਂ ਆਪਾਂ ਅੱਗੇ ਵੀ ਕਹਿੰਦੇ ਕਿ ਸਹਿਜ ਪਾਠ ਕਰੀਏ। ਸਹਿਜ ਪਾਠ ਕਰਨਾ ਬਹੁਤ ਜ਼ਰੂਰੀ ਹੈ। ਸ਼ਬਦ ਦੇ ਨਾਲ ਤਾਂ ਹੀ ਜੁੜਿਆ ਜਾ ਸਕਦਾ, ਸ਼ਬਦ ਤਾਂ ਹੀ ਸਮਝ ਆ ਸਕਦਾ। ਔਰ ਕੋਸ਼ਿਸ਼ ਕਰੀ ਕਿ ਆਪ ਔਰ ਆਪਣੇ ਬੱਚਿਆਂ ਨੂੰ ਜ਼ਰੂਰ ਕਿਤਾਬਾਂ ਨਾਲ ਪੜ੍ਹਨ ਦੀ ਆਦਤ ਪਵਾਈਏ। ਇਸੇ ਚੀਜ਼ ਨੂੰ ਮੁੱਖ ਰੱਖਦੇ ਹੋਏ ਜੱਥੇ ਵੱਲੋਂ ਸੇਵਾ ਕੀਤੀ ਜਾਂਦੀ ਕਿਤਾਬਾਂ ਦੀ, ਜਿਹੜੀ SGPC ਵੱਲੋਂ ਛਪਾਈਆਂ ਜਾਂਦੀਆਂ ਨੇ, ਫ੍ਰੀ ਸੇਵਾ ਕੀਤੀ ਜਾਂਦੀ SGPC ਵੱਲੋਂ। ਜੇਕਰ ਕਿਸੇ ਨੇ ਪ੍ਰਾਪਤ ਕਰਨੀ ਹੋ, ਜਾਣ ਤੋਂ ਪਹਿਲਾਂ ਪ੍ਰਾਪਤ ਕਰ ਸਕਦੇ। ਕੋਸ਼ਿਸ਼ ਕਰੀਏ ਕਿ ਆਪਾਂ ਕਿਤਾਬਾਂ ਪੜ੍ਹਨ ਦੀ ਆਦਤ ਪਾਈਏ, ਬਹੁਤ ਜ਼ਰੂਰੀ ਹੈ। ਤਾਂ ਹੀ ਆਪਾਂ ਗਿਆਨ ਦੇ ਨਾਲ ਵੱਧ ਤੋਂ ਵੱਧ ਜੁੜ ਸਕਦੇ ਹਾਂ। ਤੇ ਅੱਗੇ ਵੀ ਆਪਾਂ ਵਿਚਾਰ ਕਰਦੇ ਸੀਗੇ ਕਿ ਹਮੇਸ਼ਾ ਤਰਕਵਾਦੀ ਬਣੀਏ, ਸਵਾਲ ਕਰੀਏ। ਕੋਈ ਵੀ ਕਥਾਵਾਚਕ, ਕੋਈ ਵੀ ਆ ਕੇ, ਕੋਈ ਵੀ ਰਾਗੀ ਕੋਈ ਕਥਾ ਕਰਕੇ ਜਾਂਦੇ ਨੇ ਤਾਂ ਸਵਾਲ ਕਰੀਏ ਕਿ ਇਹ ਚੀਜ਼ ਕਿਵੇਂ ਹੈ, ਇਹ ਕਿਉਂ ਇਸ ਤਰ੍ਹਾਂ ਹੋਈ, ਇਹ ਇਸ ਤਰ੍ਹਾਂ ਨਹੀਂ ਤੇ ਇਸ ਤਰ੍ਹਾਂ ਹੋ ਸਕਦੀ ਸੀ, ਇਸ ਤਰ੍ਹਾਂ ਕਿਉਂ ਨਹੀਂ ਹੋਈ। ਹਰ ਇੱਕ ਚੀਜ਼ ਦਾ ਸਵਾਲ ਕਰੀਏ ਤਾਂ ਜੋ ਕਿ ਸਾਨੂੰ ਅਸੀਂ ਆਪਣੇ ਦਿਮਾਗ ਨੂੰ ਖੋਲ ਸਕੀਏ, ਵੱਧ ਤੋਂ ਵੱਧ ਸਾਨੂੰ ਸਮਝ ਆ ਸਕੇ ਬਾਣੀ ਦੀ ਔਰ ਇਤਿਹਾਸ ਦੀ। ਕਿਉਂਕਿ ਰਲਿਆ ਮਿਲਿਆ ਇਤਿਹਾਸ ਹੋ ਚੁੱਕਿਆ ਵਾ, ਆਪ ਸਭ ਨੂੰ ਪਤਾ ਹੀ ਹੈ। ਅੰਗਰੇਜ਼ਾਂ ਵੱਲੋਂ ਵੀ ਜਿਵੇਂ ਵੀ ਸਮੇਂ ਦੇ ਹਾਕਮਾਂ ਅਨੁਸਾਰ ਹਮੇਸ਼ਾ ਹੀ ਇਤਿਹਾਸ ਨੂੰ ਵਿਗਾੜਿਆ ਗਿਆ। ਸੋ ਕੋਸ਼ਿਸ਼ ਕਰੀਏ ਕਿ ਵੀ ਆਪਾਂ ਵੀ ਇਤਿਹਾਸ ਅਸਲ 'ਚ ਜਾਣਨ ਦੀ ਕੋਸ਼ਿਸ਼ ਕਰੀਏ। ਅਸਲ 'ਚ ਇਤਿਹਾਸ ਕੀ ਸਿਰਫ ਸਾਡੇ ਵਰਗੇ ਬਾਬੇ ਸੁਣਾ ਕੇ ਚੱਲ ਜਾਂਦੇ ਨੇ, ਉਹਨਾਂ ਦੇ ਪਿੱਛੇ ਨਾ ਲੱਗੀਏ। ਸੋ ਆਓ ਇੱਕ ਧਾਰਨਾ ਪੜ੍ਹ ਕੇ ਹੁਣ ਆਪਾਂ ਸਮਾਪਤੀ ਕਰੀਏ ਤੇ ਸਮਾਂ ਵੀ ਬਹੁਤ ਜ਼ਿਆਦਾ ਹੋ ਗਿਆ। ਸਾਡਾ ਅੰਦਰਲਾ ਧਰਮ ਰਾਜਾ ਨਾ ਜਿਹੜਾ, ਉਹ ਲੇਖਾ ਮੰਗਦਾ। ਬਾਹਰਲਾ ਪਤਾ ਨਹੀਂ ਹੈਗਾ ਕਿ ਨਹੀਂ ਹੈਗਾ, ਕਿਸੇ ਨੇ ਨਹੀਂ ਦੇਖਿਆ, ਉਹਦੀ ਕੋਈ ਗਰੰਟੀ ਨਹੀਂ, ਨਾ ਆਪਾਂ ਲੈਂਦੇ। ਪਰ ਅੰਦਰਲਾ ਜਿਹੜਾ ਧਰਮ ਰਾਜਾ ਜਦੋਂ ਚੋਰੀ ਕਰਦੇ, ਸਾਡੇ ਅੰਦਰਲੇ ਨੂੰ ਤਾਂ ਘੱਟੋ ਘੱਟ ਪਤਾ ਵਾ ਨਾ। ਅੰਦਰਲਾ ਜਿਹੜਾ ਤੜਫਦਾ ਰਹਿੰਦਾ ਨਾ, ਕੰਨ ਹੀ ਪੀੜਿਆ ਜਾਂਦਾ ਵਾ ਕਿ ਮੈਂ ਚੋਰੀ ਕੀਤੀ ਹੈ, ਮੈਂ ਗਲਤ ਬੋਲਿਆ, ਝੂਠ ਬੋਲਿਆ, ਗਲਤ ਕੀਤਾ ਵਾ। ਉਹ ਵਾਲਾ ਧਰਮ ਰਾਜਾ ਸਾਡਾ ਆਪਣਾ ਆਪਾ ਜਿਹੜਾ ਸਾਨੂੰ ਤੰਗ ਕਰਦਾ ਕਿ ਉਹਨੇ ਵੀ ਕਿਸੇ ਨਾ ਕਿਸੇ ਦਿਨ ਲੇਖਾ ਮੰਗਣਾ, ਯਾਰ ਤੂੰ ਸਾਰੀ ਉਮਰ ਕੰਮ ਕੀ ਚੰਗੇ ਕੀਤੇ ਨੇ। ਜੋ ਸ਼ੀਸ਼ੇ ਦੇ ਅੱਗੇ ਜਾ ਕੇ ਆਪਣੀ ਸ਼ਕਲ ਵੇਖੀ ਤੇ ਉਹਨੇ ਇਹੀ ਗੱਲ ਪੁੱਛਣੀ ਹੈ ਕਿ ਕੰਮ ਕੀ ਕੀਤਾ ਵਾ ਚੰਗਾ। ਤੇ ਜਿਹੜੇ ਇਨਸਾਨ, ਜਿਹੜੇ ਵਿਅਕਤੀ, ਜਿਹੜੇ ਪ੍ਰਾਣੀ ਚੰਗੇ ਕੰਮ ਕਰਦੇ ਨੇ, ਚੰਗਾ ਗਿਆਨ ਪ੍ਰਾਪਤ ਕਰਦੇ ਨੇ, ਨਸ਼ੇ ਨਹੀਂ ਕਰਦੇ, ਗੁਰੂ ਵਾਲੇ ਬਣਦੇ ਨੇ, ਭਾਵੇਂ ਕਿਸੇ ਵੀ ਧਰਮ ਦਾ ਹੋਵੇ, ਗੁਰੂ ਵਾਲੇ ਬਣਦੇ ਨੇ, ਚੰਗਾ ਗਿਆਨ ਲੈਂਦੇ ਨੇ, ਇਨਸਾਨੀਅਤ ਨੂੰ ਮੰਨ ਕੇ ਚੱਲਦੇ ਨੇ। ਸਭ ਤੋਂ ਵੱਡਾ ਧਰਮ ਹੈ ਇਨਸਾਨੀਅਤ ਦਾ। ਉਸ ਤੋਂ ਬਾਅਦ ਬਾਕੀ ਧਰਮ ਹੁੰਦੇ ਨੇ, ਹਿੰਦੂ, ਸਿੱਖ, ਮੁਸਲਿਮ, ਇਹ ਬਾਅਦ ਦੀਆਂ ਗੱਲਾਂ ਨੇ। ਸਭ ਤੋਂ ਪਹਿਲਾਂ ਚੰਗਾ ਇਨਸਾਨ ਬਣਨਾ। ਉਹ ਕਿਵੇਂ? ਜਦੋਂ ਚੰਗੇ ਗੁਰੂ ਦੇ ਲੜ ਲੱਗਣ, ਗਿਆਨ ਦੇ ਲੜ ਲੱਗਣ। ਚੰਗਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਜਿਸ ਨੂੰ ਚੰਗਾ ਗਿਆਨ ਹੈ ਉਹਦਾ ਧਰਮ ਰਾਜਾ ਵੀ ਖੁਸ਼ ਹੈ ਅੰਦਰਲਾ, ਉਹਦਾ ਆਪਾ ਵੀ ਖੁਸ਼ ਹੈ। ਫਿਰ ਉਹਦਾ ਧਰਮ ਰਾਜਾ ਵੀ ਉਹਦੀ ਸੇਵਾ ਕਰਦਾ। ਭਾਵ
ਕਿ ਉਹਨੂੰ ਖੁਸ਼ ਰੱਖਦਾ ਵਾ। ਹੁਣ ਜਦੋਂ ਮਾੜੇ ਕੰਮ ਕੀਤੇ ਉਹਨੂੰ ਦੁਖੀ ਕਰਦਾ ਨਾ, ਇਸੇ ਤਰ੍ਹਾਂ ਹੀ ਜੇ ਚੰਗੇ ਕੰਮ ਕਰਦਾ ਫਿਰ ਉਹਦਾ ਆਪਾ ਉਹਨੂੰ ਖੁਸ਼ ਰੱਖਦਾ ਵਾ। ਧਰਮ ਰਾਜਾ ਵੀ ਕਰੂਗਾ ਸੇਵਾ ਸੰਤਾਂ ਦੇ ਸੰਗੀਆਂ ਦੀ। ਧਰਮ ਰਾਜਾ ਵੀ ਕਰੂਗਾ ਸੇਵਾ ਸੰਤਾਂ ਦੇ ਸੰਗੀਆਂ ਦੀ। ਧਰਮ ਰਾਜਾ ਵੀ ਕਰੂਗਾ ਸੇਵਾ ਸੰਗੀਆਂ ਦੀ। ਧਰਮ ਰਾਜਾ ਵੀ ਕਰੂਗਾ ਸੇਵਾ ਸੰਗੀਆਂ ਦੀ। ਮੇਰੇ ਪਿਆਰੇ ਜੀ ਸੰਤਾਂ ਦੇ ਮੇਰੇ ਪਿਆਰੇ ਸੰਤਾਂ ਦੇ ਸੰਗੀਆਂ ਦੀ। ਮੇਰੇ ਪਿਆਰੇ ਜੀ ਸੰਤਾਂ ਦੇ ਸੰਗੀਆਂ ਦੀ। ਵਾਹ 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 ਸੰਤਾਂ ਦੇ ਮੇਰੇ ਪਿਆਰੇ ਸੰਤਾਂ ਦੇ ਸੰਗੀਆਂ ਦੀ। ਵਾਹ 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 ਸੰਤਾਂ ਦੇ ਸੰਗੀਆਂ ਦੀ। ਪਿਆਰਿਓ ਸੰਤਾਂ ਦੇ ਸੰਗੀਆਂ ਦੀ। ਪਿਆਰਿਓ ਸੰਤਾਂ ਦੇ ਸੰਗੀਆਂ ਦੀ। ਧਰਮ ਰਾਜਾ ਵੀ ਕਰੂਗਾ ਸੇਵਾ ਸੰਤਾਂ ਦੇ ਸੰਗੀਆਂ ਦੀ। ਧਰਮ ਰਾਜਾ ਵੀ ਕਰੂਗਾ ਸੇਵਾ ਸੰਤਾਂ ਦੇ ਸੰਗੀਆਂ ਦੀ। ਧਰਮ ਰਾਜਾ ਵੀ ਕਰੂਗਾ ਸੇਵਾ ਕਰੂਗਾ ਸੇਵਾ ਸੰਤਾਂ ਦੇ ਸੰਗੀਆਂ ਦੀ। ਧਰਮ ਰਾਜਾ ਵੀ ਕਰੂਗਾ ਸੇਵਾ ਸੰਤਾਂ ਦੇ ਸੰਗੀਆਂ ਦੀ। इतने बेनतियां प्रवान करो। सारे गज के बुलाओ जी। वाहिगुरु जी का खालसा वाहिगुरु जी की फतेह।